पंजाबी नैशनल टीवी देख रहे दर्शकों का विचार चर्चा प्रोग्राम च बहुत बहुत स्वागत करते हैं। अज के प्रोग्राम जिहड़े मुद्दे विचारने ने पंजाब विच वध रहे करोना के मामले ते सरकार वल्लों लाईयां गईयां नवीं पाबंदियां, महंगाई का मुद्दा फिर तो भारू हो रहा है। इस तो इलावा इस प्रोग्राम च गल करांगे CBI वल्लों मारे जा रहे छापियां की टाइमिंग ते उठ रहे ने सवाल, बंगाल का माहौल किवें फिर तो बदल रहा है ते अमरीका के रखिया मंत्री भारत फेरी ते ने। इन्हां मुद्दिआं तो इलावा कुछ होर मुद्दे विचारांगे अपने माहिर मेहमान दे नाल ते अज स्टूडियो च साडे नाल मौजूद ने अमृतपाल शर्मा जी। अमृत जी तुहाडा बहुत बहुत स्वागत अज दे प्रोग्राम। सत श्री अकाल जी, शुक्रिया मैम जी। ते अज दे पहली गल वालियां पहले मुद्दे वाल आईए ते करोना के मामले फिर तो वध रहे ने जी ते पंजाब सरकार ने नवीं पाबंदियां लगा दित्तियां ने, इहदे बारे विस्तार च दसो। बिल्कुल परमिंदर जी, इवें लगदा जिवें भारत विच करोने का पहला जन्मदिन मनाउण जा रहे हैं असीं जी। 22 मार्च ਨੂੰ पिछले साल लॉकडाउन ਜਿਹੜਾ ਸੀ ਉਹ ਲੱਗ ਗਿਆ ਸੀ ਤੇ ਕੱਲ ਫਿਰ ਐਤਵਾਰ ਆ 21 ਤਰੀਕ ਆ ਤੇ ਪਿਛਲੀ ਵਾਰ ਸ਼ਾਇਦ 21-22 ਦੇ ਨੇੜੇ ਤੇੜੇ ਹੀ ਪਹਿਲਾਂ ਇੱਕ ਦਿਨ ਲਈ ਬੰਦ ਕੀਤਾ ਸੀ, ਫਿਰ ਸਾਨੂੰ ਲੱਗਦਾ ਸੀਗਾ ਕਿ 10 ਕੁ ਦਿਨ ਲਈ ਬੰਦ ਆ, ਪਰ ਉਹ ਬੰਦ ਕਰਦਿਆਂ ਕਰਾਉਂਦਿਆਂ ਸਾਰੇ ਸਾਲ ਦੇ ਵਿੱਚ ਹੀ ਬੰਦ ਲੰਘ ਗਿਆ ਸੀ ਜੀ। ਤੇ ਹੁਣ ਫਿਰ ਸਤੰਬਰ ਅਕਤੂਬਰ ਤੋਂ ਬਾਅਦ ਇਦਾਂ ਲੱਗਣ ਲੱਗ ਗਿਆ ਸੀਗਾ ਕੁਝ ਅਸੀਂ ਯੂਜ਼ ਟੂ ਹੋ ਗਏ ਸੀ ਕਰੋਨੇ ਦੇ ਨਾਲ ਤੇ ਕੁਝ ਹੋਰ ਘਟਨਾਵਾਂ ਇਦਾਂ ਦੀਆਂ ਵਾਪਰਦੀਆਂ ਰਹੀਆਂ, ਚਾਹੇ ਉਹ ਕਿਸਾਨ ਅੰਦੋਲਨ ਸੀ ਤੇ ਚਾਹੇ ਉਹ ਸਰਦੀ ਦਾ ਮੌਸਮ ਸੀ ਤੇ ਕਿਤੇ ਨਾ ਕਿਤੇ ਵੈਕਸੀਨ ਦੀ ਆਮਦ ਨੇ ਵੀ ਇਸ ਗੱਲ ਨੂੰ ਥੋੜਾ ਜਿਹਾ ਸੰਤੁਸ਼ਟ ਕਰਤਾ ਸੀਗਾ ਕਿ ਹੁਣ ਜਿਹੜਾ ਟੀਕਾਕਰਨ ਹੈ ਸ਼ੁਰੂ ਹੋ ਜਾਣਾ ਆ। ਕਿਉਂਕਿ ਪਹਿਲਾਂ ਇੰਗਲੈਂਡ ਤੋਂ ਖਬਰਾਂ ਆਈਆਂ ਸੀ, ਫਿਰ ਅਮਰੀਕਾ ਤੋਂ ਆਈਆਂ ਤੇ 16 ਜਨਵਰੀ ਨੂੰ ਭਾਰਤ ਸਰਕਾਰ ਨੇ ਵੀ ਜਿਹੜੇ ਟੀਕੇ ਲਾਉਣ ਦੀ ਵਿਧੀਵਤ ਸ਼ੁਰੂਆਤ ਉਹ ਕਰ ਦਿੱਤੀ ਸੀ। ਪਰ ਹੁਣ ਜਿੱਦਾਂ ਹੀ ਗਰਮੀ ਦੇ ਮੌਸਮ ਦੀ ਫਿਰ ਤੋਂ ਸ਼ੁਰੂਆਤ ਹੋਈ ਆ, ਬਸੰਤ ਤੋਂ ਬਾਅਦ ਜਦੋਂ ਅਸੀਂ ਗੱਲ ਕਰਦੇ ਹਾਂ ਫਰਵਰੀ ਦੇ ਮਿਡ ਜੇ ਤੋਂ ਬਾਅਦ ਜਦੋਂ ਮੌਸਮ ਠੀਕ ਹੋ ਜਾਂਦਾ ਸਰਦੀ ਤੋਂ ਬਾਅਦ ਇੱਕਦਮ ਫਿਰ ਵਧਣਾ ਸ਼ੁਰੂ ਹੋ ਗਿਆ। ਪਰ ਜੇ ਸਿਰਫ ਮੌਸਮ ਦੀ ਗੱਲ ਹੁੰਦੀ ਤੇ ਸਾਡੇ ਮੁਲਕ ਦੇ ਵਿੱਚ ਹੁੰਦਾ, ਪਰ ਯੂਰਪ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਸਾਰੀ ਦੁਨੀਆ ਦੇ ਵਿੱਚ ਹੀ ਕਰੋਨਾ ਜਿਹੜਾ ਹੈ ਬੜੀ ਸਪੀਡ ਨਾਲ ਫਿਰ ਤੋਂ ਵੱਧ ਰਿਹਾ। ਅੱਜ ਦੀਆਂ ਅਖਬਾਰਾਂ ਉਹ ਦੱਸਦੀਆਂ ਵੀ 110 ਦਿਨ ਪਹਿਲਾਂ ਜਿੱਥੇ ਸੀਗੇ ਅਸੀਂ ਅਪਰੋਕਸੀਮੇਟਲੀ 4 ਮਹੀਨੇ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਫਿਰ ਆ ਗਏ ਹਾਂ। 30,000 ਤੋਂ ਵੀ ਜ਼ਿਆਦਾ ਕੇਸ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਆਉਣੇ ਸ਼ੁਰੂ ਹੋ ਗਏ, ਜਦ ਕਿ ਜਿਹੜੀ ਗਿਣਤੀ ਸੀ ਉਹ 10,000 ਤੋਂ ਥੱਲੇ ਆ ਗਈ ਸੀ। ਤੇ ਸਾਨੂੰ ਲੱਗਦਾ ਸੀਗਾ ਕਿ ਅਸੀਂ ਇਸ ਮਹਾਮਾਰੀ ਦੇ ਉੱਤੇ ਅਸੀਂ ਇਕੱਲਿਆਂ ਨੇ ਕਾਬੂ ਨਹੀਂ ਪਾਇਆ, ਸਾਰੀ ਦੁਨੀਆ ਨੇ ਕਾਬੂ ਪਾ ਲਿਆ। ਜਦੋਂ ਅਸੀਂ ਟੀਕਾਕਰਨ ਦੀ ਗੱਲ ਕਰਦੇ ਸੀ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਪ੍ਰੋਡਕਸ਼ਨ ਹਿੰਦੁਸਤਾਨ ਨੇ ਸ਼ੁਰੂ ਕੀਤੀ ਸੀ। ਪਰ ਹੁਣ ਫਿਰ ਤੋਂ ਇੱਕ ਵਾਰ ਜਿਹੜਾ ਡਰ ਦਾ ਮਾਹੌਲ ਆ ਉਹ ਕਿਤੇ ਨਾ ਕਿਤੇ ਦੇਖਣ ਦੇ ਵਿੱਚ ਨਜ਼ਰ ਆਉਣ ਲੱਗਿਆ ਤੇ ਇਹਨੂੰ ਦੇਖਦਿਆਂ ਹੀ ਪੰਜਾਬ ਸਰਕਾਰ ਨੇ ਕੱਲ ਕੁਝ ਨਵੀਆਂ ਪਾਬੰਦੀਆਂ ਦੀ ਗੱਲਬਾਤ ਕੀਤੀ ਆ। ਪਹਿਲਾਂ ਤੇ ਇੱਕ ਗੱਲ ਜਦੋਂ ਅਸੀਂ ਪਾਬੰਦੀਆਂ ਦੀ ਗੱਲ ਕਰੀਏ ਉਹ ਸਾਰਿਆਂ ਨੇ ਅਖਬਾਰ ਦੇ ਵਿੱਚ ਦੇਖਿਆ ਕਿ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਆ, ਵਿਆਹ ਤੇ ਜਿਹੜੇ ਸਾਡੇ ਗਮੀ ਦੇ ਮਾਹੌਲ ਆ ਉੱਥੇ ਗਿਣਤੀ ਜਿਹੜੀ ਆ ਫਿਰ ਤੋਂ 20 ਕਰ ਦਿੱਤੀ ਗਈ ਆ। ਤੇ ਸਭ ਤੋਂ ਹੈਰਾਨੀਜਨਕ ਗੱਲ ਸਮਝ ਲੱਗਦੀ ਆ ਕਿ ਰਾਤ ਦਾ ਕਰਫਿਊ ਕਿਸ ਵਿਧਾਨ ਦੇ ਤਹਿਤ ਜਾਂ ਕਿਸ ਕਰੋਨਾ ਦੇ ਡਰ ਤੋਂ ਰਾਤ ਦਾ ਕਰਫਿਊ ਲਾਇਆ ਜਾਂਦਾ। ਰਾਤ ਨੂੰ ਤੇ ਵੈਸੇ ਵੀ ਮੇਰਾ ਖਿਆਲ ਹੈ ਜੇ ਨਾਰਮਲ ਦੇ ਟਾਈਮ ਦੇ ਵਿੱਚ 100 ਬੰਦੇ ਬਾਹਰ ਨਿਕਲਦੇ ਤੇ ਰਾਤ ਨੂੰ ਕੋਈ ਐਮਰਜੈਂਸੀ ਵਾਲਾ 1-2 ਬੰਦੇ ਬਾਹਰ ਨਿਕਲਣਗੇ, ਜਾਂ ਫਿਰ ਜਿਹੜੀ ਟਰਾਂਸਪੋਰਟ ਲਾਈਨ ਦੇ ਬੰਦੇ ਨੇ, ਟਰੱਕਰਸ ਨੇ ਜਾਂ ਟੈਕਸੀ ਡਰਾਈਵਰਸ ਨੇ ਜਿਹੜਾ ਕਿਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਨੇ, ਉਹੀ ਰਾਤ ਨੂੰ ਬਾਹਰ ਹੁੰਦੇ ਨੇ। ਇਹ ਰਾਤ ਦਾ ਕਰਫਿਊ ਲਾ ਕੇ ਸਰਕਾਰ ਕੀ ਸਿੱਧ ਕਰਨਾ ਚਾਹੁੰਦੀ ਹੈ ਸਾਨੂੰ ਪਿਛਲੇ ਸਾਲ ਵੀ ਸਮਝ ਨਹੀਂ ਲੱਗਾ ਸੀ ਤੇ ਹਾਲੇ ਵੀ ਇਹ ਯਕਸ਼ ਪ੍ਰਸ਼ਨ ਬਣਿਆ ਹੋਇਆ। ਤੇ ਉਸ ਦੇ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਕਿ ਕਰੋਨਾ ਨਹੀਂ ਹੈਗਾ ਤੇ ਲੋਕੀ ਉਹੀ ਕਰਨ ਜੋ ਉਹਨਾਂ ਦਾ ਦਿਲ ਕਰਦਾ। ਠੀਕ ਆ, ਪੈਂਡੈਮਿਕ ਦੀ ਸਥਿਤੀ ਆ, ਮਹਾਮਾਰੀ ਦਾ ਦੌਰ ਆ ਤੇ ਸਾਨੂੰ ਇਸ ਚੀਜ਼ ਤੋਂ ਬਚਾਅ ਕਰਨਾ ਚਾਹੀਦਾ। ਪਰ ਕੀ ਕਰੋਨਾ ਸਿਰਫ ਉੱਥੇ ਹੀ ਹੈ ਜਿੱਥੇ ਕੋਈ ਇਲੈਕਸ਼ਨਸ ਨਹੀਂ ਹੋ ਰਹੀਆਂ? ਅਸਾਮ, ਤਾਮਿਲਨਾਡੂ, ਕੇਰਲਾ, ਪੁਡੂਚੇਰੀ ਤੇ ਬੰਗਾਲ, ਇੱਥੇ ਰੈਲੀਆਂ ਵੀ ਹੋ ਰਹੀਆਂ, ਭੀੜ ਵੀ ਜਮ੍ਹਾਂ ਹੋਈ ਆ, ਸਾਰਾ ਕੁਝ ਉੱਥੇ ਜਿਹੜਾ ਨਾਰਮਲ ਲਾਈਫ ਵਾਂਗ ਚੱਲ ਰਿਹਾ। ਉੱਥੇ ਕੋਵਿਡ ਦੀ ਕੋਈ ਸਥਿਤੀ ਨਹੀਂ ਹੈ। ਇਹ ਮੈਨੂੰ ਕਿਤੇ ਕਿਤੇ ਇਸ ਗੱਲ ਦੇ ਉੱਤੇ ਸ਼ੰਕਾ ਹੁੰਦੀ ਆ ਕਿ ਜਿਹੜੀਆਂ ਸਰਕਾਰ ਤੇ ਸਰਕਾਰ ਦੀਆਂ ਪਾਲਿਸੀਆਂ ਆ ਉਹ ਹੁਣ ਕਰੋਨਾ ਨੂੰ ਵੀ ਇਹ ਵਰਤ ਲੈਂਦੇ ਨੇ ਇਸ ਸਕੀਮ ਦੇ ਤਹਿਤ। ਜੀ ਅਮਰਿਤ ਜੀ, ਸਿਰਫ ਤੁਹਾਨੂੰ ਹੀ ਨਹੀਂ, ਆਮ ਜਨ ਲੋਕ ਜਿਹੜੇ ਨੇ ਨਾ ਉਹਨਾਂ ਨੂੰ ਵੀ ਲੱਗਦਾ ਹੈ ਕਿ ਇਹ ਕਿਤੇ ਸਰਕਾਰਾਂ ਦੀਆਂ ਚਾਲਾਂ ਤਾਂ ਨਹੀਂ ਕਿ ਸੱਚਮੁੱਚ ਬਿਮਾਰੀ ਹੈਗੀ ਹੈ। ਇਹ ਮੰਨਦੇ ਆ, ਆਮ ਤੌਰ ਤੇ ਵੀ ਜਨਰਲੀ ਦੇਖੀਏ ਤਾਂ ਰੋਜ਼ਾਨਾ 3, 4, 5, 10, 15 ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੀ ਤਾਂ ਮੌਤ ਹੁੰਦੀ ਰਹਿੰਦੀ ਹੈ। ਉਹ ਵਜ੍ਹਾ ਗੰਭੀਰ ਬਿਮਾਰੀ ਹੋ ਸਕਦੀ ਹੈ, ਐਕਸੀਡੈਂਟਲ ਹੋ ਸਕਦਾ ਹੈ ਕੇਸ, ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ। ਜੀ ਬਿਲਕੁਲ। ਤੇ ਕਰੋਨਾ ਨਾਲ ਹੀ ਸਾਰੀਆਂ ਬਿਮਾਰੀਆਂ ਸਾਬਿਤ ਕਰਨ ਦਾ ਕਿਹੜਾ ਜ਼ਰੀਆ ਬਣਾ ਰਹੀ ਹੈ ਸਰਕਾਰ?
ਇਹਦੇ ਬਾਰੇ ਸਰਕਾਰ ਹੀ ਦੱਸ ਸਕਦੀ ਆ, ਪਰ ਜੋ ਇੱਕ ਆਮ ਬੁੱਧੀ ਨਾਲ ਜਦੋਂ ਤੁਸੀਂ ਇਹਨਾਂ ਚੀਜ਼ਾਂ ਦਾ ਨਿਰੀਖਣ ਕਰਦੇ ਆ ਤਾਂ ਫਿਰ ਜਿਹੜੀ ਸ਼ੰਕਾ ਜਿੱਦਾਂ ਆਪਾਂ ਪਹਿਲਾਂ ਜ਼ਾਹਰ ਕੀਤੀ ਕਿ ਜਦੋਂ ਜਿਹੜੇ 5 ਸਟੇਟਾਂ 'ਚ ਚੋਣਾਂ ਹੋ ਰਹੀਆਂ ਉੱਥੇ ਸਾਰਾ ਕੁਝ ਠੀਕ ਆ, ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਦੱਸਿਆ ਜਾ ਰਿਹਾ ਕਿ ਕਰੋਨਾ ਫੈਲ ਗਿਆ ਤੇ ਪੰਜਾਬ ਦੇ ਵਿੱਚ ਵੀ ਉਹਦੀ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧਦੀ ਹੋਈ ਦੱਸ ਰਹੀ ਹੈ। ਕਿਤੇ ਨਾ ਕਿਤੇ ਤੁਸੀਂ ਗੱਲ ਕਰਦੇ ਸੀਗੇ ਕਿ 500% ਤੱਕ ਵੀ ਕੇਸ ਜਿਹੜੇ ਆ, ਜਦੋਂ ਉਹਦੀ ਪਰਸੈਂਟਾਈਜ਼ ਜਾਂ ਅੰਕੜਿਆਂ ਦੀ ਜਿਹੜੀ ਖੇਲ ਆ ਉਹਦੇ 'ਚ ਦੱਸਦੇ ਆ ਕਿ ਜਿਹੜਾ ਕਰੋਨਾ ਆ ਉਹ ਬਹੁਤ ਸਪੀਡ ਨਾਲ ਵੱਧ ਰਿਹਾ। ਜਿੱਥੋਂ ਤੱਕ ਪਾਬੰਦੀਆਂ ਦੀ ਗੱਲ ਆ, ਸਭ ਤੋਂ ਪਹਿਲਾਂ ਤਾਂ ਸਕੂਲ ਤੇ ਕਾਲਜਸ ਬੰਦ ਕੀਤੇ ਗਏ ਆ, ਪਰ ਉਹਦੇ ਵਿੱਚ ਵੀ ਮੈਡੀਕਲ ਜਿਹੜੇ ਆ ਉਹਨਾਂ ਕਾਲਜਸ ਨੂੰ ਛੱਡ ਲਿਆ ਗਿਆ, ਨਰਸਿੰਗ ਤੇ ਮੈਡੀਕਲ 'ਚ। ਤੇ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਆ ਕਿ ਐਗਜ਼ਾਮਸ ਦਾ ਦੌਰ ਆ, ਮਾਰਚ ਜਿਹੜਾ ਆ ਆਲਮੋਸਟ ਖਤਮ ਹੋਣ ਵਾਲਾ ਆ। 10ਵੀਂ ਤੇ 12ਵੀਂ ਦੇ ਜਿਹੜੇ ਐਗਜ਼ਾਮ ਆ, ਬੋਰਡ ਦੇ ਐਗਜ਼ਾਮ ਹੁੰਦੇ, ਜਿਨ੍ਹਾਂ ਲਈ ਸਭ ਤੋਂ ਜ਼ਿਆਦਾ ਬੱਚਿਆਂ ਦੇ ਵਿੱਚ ਤਿਆਰੀ ਵੀ ਹੁੰਦੀ ਆ ਤੇ ਡਰ ਵੀ ਹੁੰਦਾ ਤੇ ਪੇਰੈਂਟਸ ਨੂੰ ਵੀ ਫਿਕਰ ਹੁੰਦਾ ਕਿ ਬੋਰਡ ਐਗਜ਼ਾਮ ਆ, ਉਹ ਇੱਕ ਤਰ੍ਹਾਂ ਦਾ ਇੱਕ ਲਿਮਿਟਸ ਹੁੰਦੀ ਆ। 10ਵੀਂ ਦਾ ਐਗਜ਼ਾਮ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ, ਅਹਿਮ ਹੁੰਦਾ ਬੱਚਿਆਂ ਲਈ ਵੀ, ਤੇ ਇਵੇਂ ਹੀ 10 ਜਮਾ 2 ਪਲੱਸ 2 ਜਿਹੜੀ ਆ ਉਹਦਾ ਵੀ ਇਹੀ ਹੁੰਦਾ। ਹਾਲਾਂਕਿ ਪਹਿਲੀ ਤੋਂ ਲੈ ਕੇ ਹੀ ਸਾਰੇ ਐਗਜ਼ਾਮ ਦਾ ਬੱਚਿਆਂ 'ਚ ਡਰ ਹੁੰਦਾ ਤੇ ਪੇਰੈਂਟਸ ਵੀ ਹੁਣ ਉਸ ਚੀਜ਼ ਨੂੰ ਲੈ ਕੇ ਬਹੁਤ ਸਤਰਕ ਰਹਿੰਦੇ ਆ। ਉਹ ਸਕੂਲ ਸਾਰੇ ਬੰਦ ਕਰ ਦਿੱਤੇ ਗਏ ਨੇ, ਮਾਲਸ ਦੇ ਵਿੱਚ ਫਿਰ ਗਿਣਤੀ ਨੂੰ ਰਿਸਟ੍ਰਿਕਟਡ ਕਰ ਦਿੱਤਾ ਗਿਆ, ਪਰ ਅਸੀਂ ਆਮ ਜ਼ਿੰਦਗੀ 'ਚ ਘੁੰਮਦੇ ਫਿਰਦੇ ਦੇਖਦੇ ਹਾਂ ਕਿ ਕਿਤੇ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹਨਾਂ ਦੀ ਜਿਹੜੀ ਪਾਲਣਾ ਆ ਉਹ ਨਜ਼ਰ ਨਹੀਂ ਆਉਂਦੀ। ਤੇ ਪੁਲਿਸ ਇੱਕ ਵਾਰ ਫਿਰ ਤੋਂ ਸਖਤ ਹੋ ਗਈ ਆ। ਬਿਨਾਂ ਮਾਸਕ ਤੋਂ ਜਿਹੜੇ ਚਲਾਨ ਨੇ ਉਹ 1000 ਰੁਪਏ ਤੱਕ ਦੇ ਕੱਟੇ ਜਾ ਰਹੇ ਨੇ। ਕੱਲ੍ਹ ਹੀ ਅਸੀਂ ਇੱਕ ਨਾਕੇ ਤੋਂ ਗੁਜ਼ਰ ਰਹੇ ਸੀ ਤੇ ਫੋਰਚੂਨੇਟਲੀ ਸਾਨੂੰ ਵੀ ਰੋਕਿਆ ਗਿਆ ਸੀ, ਮਾਸਕ ਤੇ ਲਾਇਆ ਹੋਇਆ ਸੀ, ਪਰ ਫਿਰ ਵੀ ਇੱਕ ਅੱਧਾ ਮਿੰਟ ਉੱਥੇ ਖੜੇ ਹੋ ਕੇ ਉਹਨਾਂ ਨੂੰ ਦੱਸਣਾ ਜ਼ਰੂਰ ਪਿਆ ਕਿ ਅਸੀਂ ਕੌਣ ਆ ਤੇ ਕਿੱਥੋਂ ਆਏ ਤੇ ਕਿੱਥੇ ਜਾ ਰਹੇ ਹਾਂ। ਤੇ ਉੱਥੇ ਜਿਹੜੇ ਮੁਲਾਜ਼ਮ ਖੜੇ ਸੀ, ਜਿਹੜੇ ਅਫਸਰਾਨ, ਉਹਨਾਂ ਦੀ ਜੇਬ ਦੱਸਦੀ ਸੀ ਕਿ ਉਹਨਾਂ ਨੇ ਕੋਈ 100 ਤੋਂ ਜ਼ਿਆਦਾ ਚਲਾਨ ਕੱਟ ਦਿੱਤਾ ਹੋਇਆ ਉੱਥੇ। ਹੁਣ ਅਸੀਂ ਇਹਦਾ ਤਾਂ ਨਾਂ ਤੇ ਵਿਰੋਧ ਕਰਦੇ ਹਾਂ ਕਿ ਇਹ ਚਲਾਨ ਨਹੀਂ ਹੋਣੇ ਚਾਹੀਦੇ, ਇਹ ਚਲਾਨ ਹੋਣੇ ਚਾਹੀਦੇ ਨੇ, ਪਰ ਜੇ ਤੁਸੀਂ 1000 ਰੁਪਏ ਦੀ ਰਕਮ ਇੱਕ ਬੰਦੇ ਦੇ ਉੱਤੇ ਸਿਰਫ ਮਾਸਕ ਲਈ ਰੱਖ ਦਿੰਦੇ ਆ ਤੇ ਉਹ ਸਮਝ ਨਹੀਂ ਆਉਂਦੀ ਕਿ ਉਹ ਕਰੋਨਾ ਆ ਜਾਂ ਫਿਰ ਉਹ ਪੈਸੇ ਇਕੱਠੇ ਕਰਨ ਦੀ ਕੋਈ ਵਿਧੀ ਆ। ਜੇ 31 ਮਾਰਚ ਤੋਂ ਪਹਿਲਾਂ ਕੋਟਾ ਪੂਰਾ ਕਰਨਾ ਹੁੰਦਾ, ਕੋਈ ਲਿਮਿਟਸ ਹੁੰਦੀਆਂ ਜਾਂ ਬਿਲਕੁਲ ਇਹ ਗੱਲ ਬਿਲਕੁਲ ਅਣਅਧਿਕਾਰਤ ਤੌਰ ਤੇ ਉਹ ਮੁਲਾਜ਼ਮ ਵੀ ਦੱਸਦੇ ਨੇ ਕਿ ਸਾਨੂੰ ਜਦੋਂ ਸਵੇਰੇ ਥਾਣੇ ਤੋਂ ਡਿਊਟੀ ਮਿਲਦੀ ਹੈ ਤੇ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਇੰਨੇ ਚਲਾਨ ਕੱਟ ਕੇ ਲਿਆਉਣੇ, ਤੇ ਜਦੋਂ ਥਾਣਾ ਅਫਸਰ ਨੂੰ ਮਿਲਦੇ ਆ ਉਹ ਕਹਿੰਦੇ ਸਾਨੂੰ ਹਾਇਰ ਅਥਾਰਟੀਜ਼ ਕਹਿੰਦੀਆਂ, ਤੇ ਕਰਦਿਆਂ ਕਰਾਉਂਦਿਆਂ ਗੱਲ ਜਿਹੜੀ ਆ ਉਹ ਉੱਪਰਲੇ ਪਾਏਦਾਨ ਜਾਨੀ ਕਿ ਸਰਕਾਰ ਤੱਕ ਉਹ ਪਹੁੰਚ ਜਾਂਦੀ ਹੈ। ਜੀ ਵੈਸੇ ਚਲਾਨ ਕੱਟਣ ਦੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਇੱਕ ਸਿੰਗਰ ਹੈ ਜਿਹੜਾ ਬੜੇ ਮਸ਼ਹੂਰ ਹੈ ਪੰਜਾਬ ਦੇ, ਉਹਨਾਂ ਦਾ ਵੀ ਪਰਸੋਂ ਚਲਾਨ ਕੱਟਿਆ ਗਿਆ ਤੇ ਮਿੰਨਤਾਂ ਤਾਂ ਪਾਈਆਂ ਸੀ, ਪਰ ਪੁਲਿਸ ਮੁਲਾਜ਼ਮਾਂ ਨੇ ਅੱਗੋਂ ਕਰੜਾ ਜਵਾਬ ਦਿੱਤਾ ਕਿ ਤੁਹਾਨੂੰ ਕਿਹੜੀ ਪੈਸੇ ਦੀ ਕਮੀ ਹੈ ਜਿਹੜਾ ਚਲਾਨ ਭਰਨ ਤੋਂ ਡਰਦੇ ਨੇ। ਜੀ ਸਿੰਗਰ ਦਾ ਵੀ ਚਲਾਨ ਕੱਟਿਆ ਗਿਆ, ਸ਼ਾਇਦ ਮਾਸਟਰ ਸਲੀਮ ਦੀ ਤੁਸੀਂ ਗੱਲ ਕਰਦੇ ਆ, ਉਹਨਾਂ ਦਾ ਵੀ ਚਲਾਨ ਕੱਟਿਆ ਗਿਆ। ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਇਹ ਬਹੁਤ ਸੁਰਖੀਆਂ ਬਟੋਰਦੀਆਂ ਤੇ ਕਿਤੇ ਨਾ ਕਿਤੇ ਸੈਲੀਬ੍ਰਿਟੀਜ਼ ਨੂੰ ਜਦੋਂ ਤੁਸੀਂ ਬੁੱਕ ਕਰਦੇ ਆ ਇਹੋ ਜਿਹੇ ਅਫੈਂਸ ਦੇ ਵਿੱਚ ਤੇ ਆਮ ਲੋਕਾਂ ਤੇ ਉਹਦਾ ਚੰਗਾ ਪ੍ਰਭਾਵ ਵੀ ਪੈਂਦਾ ਤੇ ਪੁਲਿਸ ਦਾ ਫਿਰ ਇਦਾਂ ਵੀ ਲੱਗਦਾ ਕਿ ਨਿਰਪੱਖਤਾ ਨਾਲ ਕੰਮ ਕਰ ਰਿਹਾ ਤੇ ਸਾਰਿਆਂ ਲਈ ਇੱਕੋ ਜਿਹੇ ਨੇ, ਪਰ ਉਹ ਗੱਲ ਸਿਰਫ ਸ਼ਗੂਫਿਆਂ ਤੱਕ ਹੀ ਰਹਿ ਜਾਂਦੀ ਹੈ। ਇਸ ਦੇ ਨਾਲ ਹੀ ਜਿਹੜੇ ਵਿਆਹ ਤੇ ਜਿਹੜੇ ਦੂਸਰੇ ਸਮਾਗਮ ਆ ਉਹਨਾਂ ਤੇ ਉੱਤੇ ਵੀ ਗਿਣਤੀ ਰਿਸਟ੍ਰਿਕਟ ਕੀਤੀ ਆ ਤੇ ਕੈਪਟਨ ਸਰਕਾਰ ਨੇ ਸਭ ਤੋਂ ਵੱਡਾ ਕੰਮ ਆਪਣੇ ਆਪ ਲਈ ਕੀਤਾ ਵੀ 31 ਮਾਰਚ ਤੱਕ ਸਰਕਾਰ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਦੀਆਂ ਕੋਈ ਰੈਲੀਆਂ ਜਿਹੜੀਆਂ ਉਹ ਆਪ ਨਹੀਂ ਕਰੂਗੀ, ਇਕੱਠ ਨਹੀਂ ਕਰੂਗੀ ਤੇ ਉਹਨਾਂ ਨੇ ਬਾਕੀ ਪਾਰਟੀਆਂ ਨੂੰ ਵੀ ਅਜਿਹਾ ਕਰਨ ਦੀ ਜਿਹੜੀ ਉਹ ਸਲਾਹ ਦਿੱਤੀ ਹੈ। ਇਹ ਤਾਂ ਚੰਗਾ ਕੰਮ ਹੋ ਗਿਆ। ਤੇ ਇੱਕ ਉਹਨਾਂ ਨੇ ਸ਼ਨੀਵਾਰ ਨੂੰ 11 ਤੋਂ ਲੈ ਕੇ 12 ਵਜੇ ਤੱਕ 1 ਘੰਟਾ ਜਿਹੜਾ ਚੁੱਪ ਰਹਿਣ ਦੀ ਸਲਾਹ ਦਿੱਤੀ ਹੈ ਵੀ ਬੰਦਿਆਂ ਨੇ ਚੁੱਪ ਕਰਕੇ ਪੈਣਾ ਹੈ, ਗੱਡੀਆਂ ਨੇ ਚੁੱਪ ਰਹਿਣਾ ਜਾਂ ਸੜਕਾਂ ਨੇ ਚੁੱਪ ਹੋ ਜਾਣਾ, ਇਹਦੇ ਬਾਰੇ ਥੋੜਾ ਦੱਸੋ। ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਚੁੱਪ ਕਰਨ ਦੀ ਸਲਾਹ ਦਿੱਤੀ ਹੈ। ਤੁਹਾਨੂੰ ਯਾਦ ਹੋਣਾ ਜਦੋਂ ਕੋਵਿਡ ਦਾ ਦੌਰ ਸੀ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੋ ਜਿਹੀਆਂ ਗੱਲਾਂ ਦੱਸੀਆਂ ਸੀ। ਇੱਕ ਵਾਰ ਦੀਵੇ ਬਾਲਣ ਦੀ ਗੱਲ ਕੀਤੀ ਸੀ, ਇੱਕ ਵਾਰ ਫਿਰ ਥਾਲੀਆਂ ਖੜਕਾਉਣ ਦੀ ਗੱਲ ਕੀਤੀ ਸੀ, ਫਿਰ ਵਰਤ ਰੱਖਣ ਦੀ ਗੱਲ ਵੀ ਕੀਤੀ ਸੀ। ਇਹ ਸਾਰੀਆਂ ਚੀਜ਼ਾਂ ਉਹਦੇ ਜਿਹੜੇ ਤਰਕ ਸੀਗੇ ਉਹ ਤਾਂ ਉਹੀ ਦੱਸ ਸਕਦੇ ਆ, ਪਰ ਉਹ ਫਿਰ ਜਦੋਂ ਲੱਛੇਦਾਰ ਭਾਸ਼ਣ ਦੇ ਵਿੱਚ ਲੋਕਾਂ ਨੂੰ ਉਲਝਾ ਲੈਂਦੇ ਸੀ ਤੇ ਉਦੋਂ ਲੱਗਦਾ ਸੀਗਾ ਕਿ ਜੋ ਪ੍ਰਧਾਨ ਮੰਤਰੀ ਕਹਿ ਰਹੇ ਉਹ ਠੀਕ ਹੀ ਆ ਕਿ ਇਸੇ ਸਭ ਲੋਕ ਇਕਜੁੱਟ ਹੋंगे, ਇਸੇ ਜੋ ਫਰੰਟ ਵਾਰੀਅਰ ਹੈ ਉनको ਤਾਕਤ ਮਿਲੇਗੀ। ਇਹੋ ਜਿਹੀਆਂ ਹੀ ਕੁਝ ਗੱਲਾਂ ਕੈਪਟਨ ਸਾਹਿਬ ਨੇ ਕੀਤੀਆਂ। ਥੋੜੇ ਜਿਹੇ ਫਰਕ ਨੇ ਉਹਦੇ ਵਿੱਚ। ਉਹਨਾਂ ਨੇ ਕਿਹਾ ਕਿ ਹਰ ਸ਼ਨੀਵਾਰ ਨੂੰ 11 ਤੋਂ 12 ਵਜੇ ਤੱਕ ਜਿਹੜੇ ਕੋਵਿਡ ਦੇ ਨਾਲ ਬੰਦੇ ਇਸ ਦੁਨੀਆ ਤੋਂ ਰੁਖਸਤ ਹੋਏ ਆ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਦੇਣ ਲਈ 1 ਘੰਟੇ ਦਾ ਜਿਹੜਾ ਆ ਮੌਨ ਧਾਰਨ ਕਰਨਾ ਆ। ਤੇ ਅਸੀਂ 2 ਮਿੰਟ ਤੱਕ ਦੇ ਮੌਨ ਤਾਂ ਸੁਣੇ ਸੀ, ਪਰ ਵੈਸੇ ਕਿਹਾ ਜਾਂਦਾ ਹੈ ਮੈਡੀਕਲ ਫੀਲਡ ਦੇ ਵਿੱਚ ਵੀ ਜਦੋਂ ਤੁਸੀਂ ਮੌਨ ਰਹਿੰਦੇ ਆ ਤੇ ਤੁਹਾਡੀ ਜਿਹੜੀ એનર્ਜੀ ਉਹ ਬਹੁਤ ਸੇਵ ਹੁੰਦੀ ਆ ਤੇ ਤੁਹਾਡੀ ਬਾਡੀ ਰੀਜਨਰੇਟ ਹੁੰਦੀ ਆ, ਪਰ ਇਹ 1 ਘੰਟੇ ਦਾ ਮੌਨ ਜਿਹੜਾ ਆ ਥੋੜਾ ਜਿਹਾ ਮੁਸ਼ਕਿਲ ਆ। ਤੇ ਦੂਸਰੀ ਗੱਲ ਉਹਨਾਂ ਨੇ ਦੱਸੀ ਹੈ ਕਿ ਇਸ 1 ਘੰਟੇ ਲਈ ਸੜਕਾਂ ਤੇ ਤੁਸੀਂ ਟ੍ਰੈਫਿਕ ਵੀ ਜਿਹੜੀ ਆ ਉਹ ਨਹੀਂ ਲੈ ਕੇ ਆਉਣੀ ਤੇ ਉਤੋਂ ਬਚਣਾ ਆ। ਕੁਝ ਹਾਸੋਹੀਣੀਆਂ ਜਿਹੀਆਂ ਗੱਲਾਂ ਨੇ ਇਹ। ਹੋਣਾ ਜੋ ਚਾਹੀਦਾ ਆ ਉਹ ਹੈਗਾ ਆ ਕਿ ਲੋਕਾਂ ਦੇ ਵਿੱਚ ਮੈਂ ਆਪਣੀ ਗੱਲ ਤੋਂ ਹੀ ਪਹਿਲਾਂ ਇੱਕ ਗੱਲ ਸ਼ੁਰੂ ਕਰਨੀ ਚਾਹੁੰਦਾ ਸੀਗਾ ਕਿ ਜਿਹੜੀਆਂ ਪਾਬੰਦੀਆਂ ਉਦੋਂ ਲਾਉਣੀਆਂ ਪੈਂਦੀਆਂ ਜਦੋਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੁੰਦੀ।
ਸਭ ਤੋਂ ਪਹਿਲਾਂ ਤਾਂ ਸਵੈ ਤੇ ਜਦੋਂ ਅਸੀਂ ਇਸ ਗੱਲ ਨੂੰ ਲੈ ਕੇ ਆਈਏ ਤੇ ਸਾਨੂੰ ਆਪਣੇ ਆਪ ਹੀ ਬਚਣਾ ਚਾਹੀਦਾ। ਜੀ। ਜੇ ਤੁਸੀਂ ਬਾਜ਼ਾਰ ਵੀ ਜਾਂਦੇ ਆ ਤੇ ਬੰਦੇ ਤੋਂ ਬੰਦਾ ਇੱਕ ਖਾਸ ਤਰ੍ਹਾਂ ਦੀ ਦੂਰੀ ਰੱਖ ਕੇ ਚੱਲੇ। ਜਿਹੜੀਆਂ ਸਾਇੰਸ ਦੇ ਤੌਰ ਤੇ ਸਾਨੂੰ ਗੱਲਾਂ ਦੱਸੀਆਂ ਸੀਗੀਆਂ ਕਿ ਹੱਥਾਂ ਦਾ ਧੋਣਾ ਤੇ ਮਾਸਕ ਦਾ ਪਾਉਣਾ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖਣਾ ਸਾਨੂੰ ਜ਼ਰੂਰੀ ਆ। ਜੀ। ਤੇ ਸਰਕਾਰ ਨੂੰ ਜਦੋਂ ਪਾਬੰਦੀਆਂ ਲਾਉਣੀਆਂ ਪੈਂਦੀਆਂ, ਫਿਰ ਸਾਡੇ ਇੱਕ ਮਾਸਟਰ ਸਾਨੂੰ ਕਹਿੰਦੇ ਸੀ ਕਿ ਜਦੋਂ ਤੁਹਾਨੂੰ ਕੋਈ ਇਹ ਗੱਲ ਕਹਿੰਦਾ ਨਾ ਬੰਦਾ ਬਣ ਓਏ, ਤੇ ਉਹ ਬੜੀ ਇੱਕ ਗੰਭੀਰ ਚੋਟ ਆ। ਸੋਚਣਾ ਇਹ ਚਾਹੀਦਾ ਕਿ ਤੁਸੀਂ ਆਲਰੇਡੀ ਬੰਦੇ ਆ, ਤੇ ਫਿਰ ਤੁਹਾਨੂੰ ਬੰਦੇ ਬਣਨ ਦੀ ਜਦੋਂ ਕੋਈ ਸਲਾਹ ਦਿੰਦਾ, ਇਟ ਮੀਨਸ ਯੂ ਆਰ ਲੂਜ਼ਿੰਗ ਸਮ ਹਿਊਮਨ ਵੈਲਿਊਜ਼। ਤੇ ਤੁਹਾਡੇ ਚੋਂ ਜਿਹੜੀ ਮਨੁੱਖਤਾ ਆ, ਸਮਝ ਆ, ਇੰਟੈਲੈਕਟ ਆ, ਜਿਹੜੀ ਬੁੱਧੀ ਆ, ਉਹ ਖਤਮ ਹੁੰਦੀ ਆ। ਫਿਰ ਤੁਹਾਨੂੰ ਇਹੋ ਜਿਹੇ ਜਿਹੜੇ ਆ ਦਿਸ਼ਾ ਨਿਰਦੇਸ਼ ਸਰਕਾਰ ਵੱਲੋਂ ਦਿੱਤੇ ਜਾਂਦੇ। ਤੇ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਤੇ ਅਸੀਂ ਖੁਦ ਵੀ ਜੀ ਕੋਵਿਡ ਨਿਯਮਾਂ ਦੀ ਪਾਲਣਾ ਕਰਾਂਗੇ, ਯਾਨੀ ਜਿਹੜੀਆਂ ਸਾਵਧਾਨੀਆਂ ਕਹੀਆਂ ਗਈਆਂ ਉਹਨਾਂ ਦਾ ਪਾਲਣ ਕਰਾਂਗੇ। ਜੀ। ਪਰ ਇਸ ਵੇਲੇ ਘੜੀ ਦੀਆਂ ਸੂਈਆਂ ਦੇ ਸਮੇਂ ਦਾ ਵੀ ਪਾਲਣ ਕਰਨਾ ਬਣਦਾ ਹੈ। ਪ੍ਰੋਗਰਾਮ 'ਚ ਅਗਲੇ ਮੁੱਦੇ ਤੇ ਆਉਣੇ, ਪਰ ਇਸ ਵੇਲੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਆਪਾਂ ਜਿਸ ਮੁੱਦੇ ਤੇ ਗੱਲ ਕਰ ਰਹੇ ਸੀ, ਕਰੋਨਾ ਦੇ ਵੱਧ ਰਹੇ ਮਾਮਲੇ, ਤੇ ਅੰਕੜੇ ਭਲਾ ਕੀ ਬੋਲਦੇ ਨੇ ਇਸ ਮਾਮਲੇ 'ਚ? ਅੰਕੜੇ ਜਿਹੜੇ, ਜੇ ਕਰੋਨਾ ਦੇ ਮਰੀਜ਼ਾਂ ਦੀ ਗੱਲ ਕਰੀਏ ਤੇ ਪੂਰੀ ਦੁਨੀਆ 'ਚ 22-23 ਕਰੋੜ ਤੋਂ ਜ਼ਿਆਦਾ ਪੇਸ਼ੈਂਟਸ ਨੇ। ਜੀ। 20 ਕਰੋੜ 19 ਕਰੋੜ 90 ਲੱਖ 20 ਕਰੋੜ ਦੇ ਕਰੀਬ ਬੰਦੇ ਠੀਕ ਹੋ ਚੁੱਕੇ ਨੇ। 26-27 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਦੁਨੀਆ ਭਰ 'ਚ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਜਿਹੜੇ ਅੰਕੜੇ ਨੇ ਉਹ ਜ਼ਿਆਦਾ ਤੇਜ਼ੀ ਨਾਲ ਵੱਧ ਰਹੇ ਨੇ। ਅੰਕੜਿਆਂ ਤੋਂ, ਇਹਨਾਂ ਅੰਕੜਿਆਂ ਤੋਂ ਇਲਾਵਾ ਜਿਹੜੇ ਅੰਕੜੇ ਹੈਰਾਨ ਕਰਨ ਵਾਲੇ ਨੇ, ਉਹ ਟੀਕਾਕਰਨ ਦੇ ਅੰਕੜੇ ਜ਼ਿਆਦਾ ਗੰਭੀਰ ਨੇ। ਜੀ। ਹਿੰਦੁਸਤਾਨ ਦੇ ਵਿੱਚ ਹੀ 3.5 ਕਰੋੜ ਲੋਕਾਂ ਨੂੰ ਟੀਕਾ ਲੱਗਿਆ। ਬਹੁਤ ਥੋੜੀ ਮਿਕਦਾਰ ਆ, ਹਾਲਾਂਕਿ ਟਾਈਮ ਵੀ ਬਹੁਤ ਥੋੜਾ ਹੋਇਆ, 2 ਮਹੀਨੇ ਹੋਏ ਆ ਟੀਕਾ ਲੱਗਦਿਆਂ ਨੂੰ। ਪਰ ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ 3.5 ਕਰੋੜ ਟੀਕੇ ਲੱਗੇ ਆ ਪਰਮਿੰਦਰ ਜੀ, ਉਹ ਸਿਰਫ ਪਹਿਲੀ ਡੋਜ਼ ਆ। ਤੇ ਦੂਜੀ ਡੋਜ਼ ਦੇ ਵਿੱਚ ਹਾਲੇ ਤੱਕ 66 ਲੱਖ ਜਾਂ 70 ਲੱਖ ਦੇ ਨੇੜੇ ਤੇੜੇ ਹੀ ਟੀਕੇ ਜਿਹੜੇ ਲੱਗ ਪਾਏ ਨੇ। ਯਾਨੀ ਕਿ ਜੇ ਆਪਾਂ ਕੰਪਲੀਟ ਵੈਕਸੀਨੇਸ਼ਨ ਦੀ ਗੱਲ ਕਰੀਏ, ਜਿੱਦਾਂ ਅਸੀਂ ਜਾਣਦੇ ਹਾਂ ਕਿ 2 ਟੀਕੇ ਜਿਹੜੇ ਨੇ ਲੱਗਦੇ ਨੇ 1 ਮਹੀਨੇ ਦੇ ਅੰਦਰ ਅੰਦਰ, ਸ਼ਾਇਦ 28 ਦਿਨ ਦਾ ਵਕਫਾ ਰੱਖਿਆ ਗਿਆ ਉਹ। ਤੇ ਉਹਦੇ ਵਿੱਚ ਜਿਹੜੀ ਗਿਣਤੀ ਆ, ਉਹਦੇ 'ਚ ਹਾਲੇ ਬੈਲੈਂਸਿੰਗ ਜਿਹੜੀ ਆ ਉਹ ਬੜੀ ਖਰਾਬ ਆ। ਤੇ ਹਿੰਦੁਸਤਾਨ ਨੇ, ਜਿੱਦਾਂ ਤੁਸੀਂ ਦੇਖਦੇ ਆ ਕਿ ਸਰਕਾਰ ਨੇ ਬਹੁਤ ਸ਼ੋਰ ਮਚਾਇਆ ਹੋਇਆ ਇਸ ਗੱਲ ਦਾ, ਬਹੁਤ ਰੌਲਾ ਆ, ਬਹੁਤ ਵਿਖਿਆਨ ਹੋ ਰਿਹਾ ਇਸ ਗੱਲ ਦਾ ਕਿ ਅਸੀਂ ਥੋੜੇ ਟਾਈਮ ਦੇ ਵਿੱਚ ਹੀ ਵਿਸ਼ਵ ਗੁਰੂ ਬਣਨਾ। ਸ਼ਾਇਦ ਇਸੇ ਗੱਲ ਨੂੰ ਦੇਖਦੇ ਹੋਏ ਇਹਨਾਂ ਨੇ 72 ਦੇਸ਼ਾਂ ਨੂੰ ਜਿਹੜੀ ਦਵਾਈ ਦੀ ਸਪਲਾਈ ਆ ਹੁਣ ਤੱਕ ਕੀਤੀ ਆ। ਉਹਦੇ ਕੁਝ ਪੱਖ ਵੀ ਨੇ, ਕਿਉਂਕਿ WHO ਨੇ ਵੀ ਕਿਹਾ ਸੀ ਕਿ ਜਿਹੜੇ ਮੁਲਕ ਇਸ ਚੀਜ਼ ਤੇ ਰਿਸਰਚ ਨਹੀਂ ਕਰ ਸਕੇ, ਚਾਹੇ ਉਹ ਅਫਰੀਕਨ ਨੇ, ਚਾਹੇ ਉਹ ਕੁਝ ਹੋਰ ਛੋਟੇ ਦੇਸ਼ ਨੇ, ਚਾਹੇ ਉਹ ਏਸ਼ੀਆ ਦੇ ਹੀ ਦੇਸ਼ ਨੇ, ਜਾਂ ਜਿੱਥੇ ਪ੍ਰੋਡਕਸ਼ਨ ਕਪੈਸਿਟੀ ਘੱਟ ਆ, ਉਹਨਾਂ ਦੇਸ਼ਾਂ ਨੂੰ ਵੀ ਅਸੀਂ ਦਵਾਈ ਜਿਹੜੀ ਉਹ ਦੇਣੀ ਆ, ਕਿਉਂਕਿ ਮਨੁੱਖਤਾ ਦੇ ਅਧਿਕਾਰ ਦੀ ਬਰਾਬਰੀ ਦੀ ਗੱਲ ਹੁੰਦੀ ਆ। ਹਾਲਾਂਕਿ ਇਹ ਕਿਤੇ ਵੀ ਬਰਾਬਰ ਬਾਅਦ ਵਿੱਚ ਰਹਿੰਦਾ ਨਹੀਂ ਹੈਗਾ, ਪਹਿਲਾਂ ਵੀ ਨਹੀਂ ਹੁੰਦਾ। ਅਮਰੀਕਾ ਨੇ ਆਪਣੇ ਟੀਕੇ ਪਹਿਲਾਂ ਬੁੱਕ ਕਰ ਲਏ ਸੀ, ਬ੍ਰਿਟੇਨ ਨੇ ਸਾਰੀਆਂ ਵੱਡੀਆਂ ਫਰਮਾਂ ਤੋਂ ਇੰਜੈਕਸ਼ਨ ਜਿਹੜੇ ਸੀ, ਵੈਕਸੀਨੇਸ਼ਨ ਸੀਗੀ, ਉਹਨਾਂ ਦੀ ਬੁਕਿੰਗ ਕਰਵਾ ਲਈ ਸੀ। ਤੇ ਪਰ ਭਾਰਤ ਸਰਕਾਰ ਹੁਣ ਤੱਕ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 3.5 ਕਰੋੜ ਟੀਕੇ ਆਪਣੇ ਲੋਕਾਂ ਦੇ ਲਾਏ ਆ, ਤੇ 6 ਕਰੋੜ ਦੇ ਕਰੀਬ ਟੀਕੇ ਅਸੀਂ ਬਾਹਰਲੇ ਦੇਸ਼ਾਂ ਨੂੰ ਭੇਜ ਚੁੱਕੇ ਹਾਂ। ਇਹਦੇ ਲਈ ਫਿਰ ਉਹੀ WHO ਦਾ ਹਵਾਲਾ ਲੈ ਕੇ ਜਿਹੜੀਆਂ ਸਾਡੀਆਂ ਇੰਸਟੀਟਿਊਸ਼ਨਸ ਆ ਜਿਨ੍ਹਾਂ ਨੇ ਬਣਾਏ ਆ ਟੀਕੇ, ਸੀਰਮ ਤੇ ਭਾਰਤ ਬਾਇਓਟੈਕ, ਉਹਨਾਂ ਦਾ ਵੀ ਕਹਿਣਾ ਆ ਕਿ ਇਹ ਗੱਲ ਠੀਕ ਆ, ਕਿਉਂਕਿ ਉਹਨਾਂ ਦੇ ਆਪਣੇ ਵਪਾਰਕ ਪੱਖ ਨੇ। ਮੈਂ ਵੇਚਣ ਜਾਂ ਨਾ ਵੇਚਣ ਦੀ ਗੱਲ ਨਾ ਕਰਾਂ, ਤੇ ਜਿਹੜੀ ਘੱਟੋ ਘੱਟ ਆਪਣੇ ਲੋਕਾਂ ਦੇ ਟੀਕੇ ਲੱਗਣੇ ਚਾਹੀਦੇ ਆ, ਉਹਦੀ ਸਪੀਡ ਤੇ ਉਹਦੀ ਰਫ਼ਤਾਰ ਜਿਹੜੀ ਆ ਉਹ ਤੇਜ਼ ਹੋਣੀ ਚਾਹੀਦੀ ਆ। ਸਾਨੂੰ ਚੰਗਾ ਲੱਗਦਾ ਜਦੋਂ ਅਸੀਂ ਜਾਣਦੇ ਹਾਂ ਕਿ ਸਾਡੇ ਬਿਲਕੁਲ ਨਾਲ ਦਾ ਸੂਬਾ ਹਿਮਾਚਲ ਇਸ ਕੰਮ ਲਈ ਬਹੁਤ ਤੇਜ਼ੀ ਨਾਲ ਕਰ ਰਿਹਾ। ਹਾਲਾਂਕਿ ਉਹਨਾਂ ਕੋਲ ਜਿਹੜਾ ਭੂਖੰਡ ਆ, ਜਿਹੜਾ ਉਹਨਾਂ ਦਾ ਡੈਮੋਗ੍ਰਾਫਿਕ ਜਿਹੜੀ ਉਹਨਾਂ ਦੀ ਲੋਕੇਸ਼ਨ ਆ, ਉਹਦੇ 'ਚ ਉਤਰਾਵ ਚੜਾਵ ਨੇ, ਪਹਾੜੀ ਰਸਤੇ ਨੇ, ਆਉਣਾ ਜਾਣਾ ਮੁਸ਼ਕਿਲ ਹੈ, ਪਰ ਉੱਥੇ ਉਹ ਬਹੁਤ ਸਹੀ ਤਰੀਕੇ ਨਾਲ ਕੰਮ ਕਰ ਰਹੇ ਨੇ। ਤੇ ਕਰਨਾਟਕਾ, ਤੇਲੰਗਾਨਾ, ਯੂਪੀ, ਪੰਜਾਬ ਤੇ ਜੰਮੂ ਕਸ਼ਮੀਰ ਉਹ ਸਟੇਟਾਂ ਨੇ ਜਿੱਥੇ ਜਿਹੜੇ ਟੀਕੇ ਨੇ ਉਹ ਵੇਸਟ ਹੋ ਰਹੇ ਨੇ ਜੀ। 17% ਤੋਂ ਜ਼ਿਆਦਾ ਤੇਲੰਗਾਨਾ ਤੇ ਕਰਨਾਟਕਾ ਦੇ ਵਿੱਚ ਜਿਹੜੀ ਗਿਣਤੀ ਆ ਇੰਜੈਕਸ਼ਨਸ ਦੀ, ਵੈਕਸੀਨੇਸ਼ਨਸ ਦੀ, ਉਹ ਐਕਸਪਾਇਰੀ ਵੱਲ ਨੂੰ ਜ਼ਿਆਦਾ ਸਪੀਡ ਨਾਲ ਜਾ ਰਹੀ ਹੈ, ਜਾਂ ਫਿਰ ਉਹ ਲੱਗ ਨਹੀਂ ਪਾ ਰਹੇ ਲੋਕਾਂ ਦੇ, ਤੇ ਉਹ ਜਿਹੜਾ ਵੇਅਰ ਹਾਊਸ ਤੋਂ ਬਾਹਰ ਆਉਂਦੇ ਆ, ਸ਼ਾਇਦ ਉਹਦੇ 'ਚ ਕੁਝ ਪ੍ਰੋਬਲਮ ਆ ਜਾਂਦੀ ਆ, ਫਿਰ ਉਹਨੂੰ ਜ਼ਿਆਦਾ ਦੇਰ ਤੱਕ ਤੁਸੀਂ ਸਟੋਰ ਨਹੀਂ ਰੱਖ ਪਾਉਂਦੇ। ਤੇ ਬਹੁਤ ਸਾਰੀਆਂ ਸਮੱਸਿਆਵਾਂ ਇਹੋ ਜਿਹੀਆਂ ਨੇ ਜਿੱਥੇ ਸਿਰਫ ਔਰ ਸਿਰਫ ਜੇ ਅਸੀਂ ਆਪਣੇ ਤੰਤਰ ਨੂੰ ਮਜ਼ਬੂਤ ਕਰ ਲਈਏ, ਲੋਕਾਂ ਤੱਕ ਉਸ ਚੀਜ਼ ਨੂੰ ਸਹੀ ਤਰੀਕੇ ਨਾਲ ਪਹੁੰਚਾਈਏ, ਬੁਕਿੰਗ ਵਗੈਰਾ ਜਿੱਦਾਂ ਵੀ ਉਹਦੀਆਂ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ, ਤੇ ਲੋਕ ਸੈਂਟਰ ਤੱਕ ਆ ਜਾਣ, ਤੇ ਉਹ ਜਿਹੜੇ ਵੈਕਸੀਨੇਸ਼ਨ ਦੀ ਸਪੀਡ ਅਪ, ਉਸ ਪ੍ਰੋਸੈਸ ਨੂੰ ਸਪੀਡ ਅਪ ਕੀਤਾ ਜਾ ਸਕਦਾ। ਭਾਰਤ ਨੇ ਬਹੁਤ ਨਾਂ ਖੱਟਿਆ ਸੀ ਪਿਛਲੇ ਸਮੇਂ ਦੇ ਵਿੱਚ ਪਲਸ ਪੋਲੀਓ ਮੁਹਿੰਮ ਨੂੰ ਲੈ ਕੇ, ਤੇ ਇਸ ਸਿਸਟਮ ਦੇ ਵਿੱਚ ਆ ਕੇ ਜੇ ਅਸੀਂ ਉਸੇ ਆਪਣੇ ਹੈਲਥ ਵਰਕਰਸ ਨੂੰ, ਪੁਲਿਸ ਨੂੰ, ਤੇ ਜਾਂ ਹੋਰ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਵੀ ਅਸੀਂ ਇਸ ਮੁਹਿੰਮ ਨਾਲ ਜੋੜ ਸਕਦੇ ਹਾਂ, ਮੈਨੂੰ ਲੱਗਦਾ ਕਿ ਜੇ ਅਸੀਂ ਇਸ ਚੀਜ਼ ਤੋਂ ਬਚਣਾ ਆ, ਜਿੰਨੇ ਅਸੀਂ ਜਿੰਨਾ ਅਸੀਂ ਸ਼ੋਰ ਪਾਬੰਦੀਆਂ ਲਾਉਣ ਤੇ ਕਰਦੇ ਹਾਂ, ਜਿੰਨਾ ਪ੍ਰਬੰਧ ਇਸ ਕੰਮ ਲਈ ਕਰ ਰਹੇ ਹਾਂ ਕਿ ਕੋਵਿਡ ਨਾ ਫੈਲੇ, ਉਹਨਾਂ ਇਹਨੂੰ ਰੋਕਣ ਲਈ ਜਿਹੜੇ ਟੀਕਾਕਰਨ ਦੀ ਮੁਹਿੰਮ ਆ ਉਹਨੂੰ ਵੀ ਥੋੜਾ ਤੇਜ਼ ਕਰਨਾ ਚਾਹੀਦਾ। ਤੇ ਸ਼ਰਮਾ ਜੀ, ਟੀਕਾ ਤੋਂ ਮੈਨੂੰ ਵੀ ਵੈਸੇ ਇੰਨਾ ਨਹੀਂ ਡਰ ਲੱਗਦਾ, ਪਰ ਮੈਨੂੰ ਲੱਗਦਾ ਹੈ ਕਿ ਜੇ ਲੋੜ ਹੈ ਤਾਂ ਟੀਕਾ ਲਵਾਉਣਾ ਜ਼ਰੂਰੀ ਹੈ।
ਤੇ ਜਿਨ੍ਹਾਂ ਨੇ ਪਹਿਲੀ ਡੋਜ਼ ਲਈ ਹੈ ਨੇ ਕਈ ਉਹਨਾਂ ਚੋਂ ਇਹੋ ਜਿਹੇ ਨੇ ਕਹਿੰਦੇ ਇੱਕ ਲੱਗ ਗਿਆ ਬਸ ਬੜਾ ਹੁਣ ਸਭ ਠੀਕ ਹੈ, ਦੂਜਾ ਨਹੀਂ ਲਵਾ ਰਹੇ ਜੀ। ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਹੈ ਇਸ ਵੇਲੇ? ਬਿਲਕੁਲ ਜ਼ਰੂਰੀ ਆ ਜੀ। ਸਾਨੂੰ ਪਿਛਲੇ ਦਿਨੀ ਅਸੀਂ ਬਾਹਰ ਵੀ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਇੰਜੈਕਸ਼ਨ ਲਗਾ ਕੇ ਫਿਰ ਉਹ ਫ੍ਰੀ ਹੋ ਜਾਂਦੇ ਨੇ, ਇਸ ਚੀਜ਼ ਨੂੰ ਫੀਲ ਕਰਦੇ ਨੇ ਕਿ ਹੁਣ ਸਾਡੇ ਕੋਲ ਹੈ। ਤੇ ਜਿੱਦਾਂ ਤੁਸੀਂ ਦੱਸਿਆ ਕਿ ਮਾਸਕ ਲਾਉਣਾ ਜ਼ਰੂਰੀ ਆ ਜਾਂ ਸਾਰੀਆਂ ਚੀਜ਼ਾਂ ਜਿੰਨੀਆਂ ਜਿਹੜੀਆਂ ਪਾਬੰਦੀਆਂ ਨੇ ਕੋਵਿਡ ਨੂੰ ਲੈ ਕੇ, ਫਿਰ ਉਹ ਇਸ ਚੀਜ਼ ਤੋਂ ਮੁਕਤ ਵੀ ਹੋ ਜਾਂਦੇ ਨੇ। ਤੁਸੀਂ ਸੁਣਿਆ ਹੋਣਾ ਬੀਤੇ ਦਿਨੀ ਅੰਮ੍ਰਿਤਸਰ ਤੋਂ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਗਾਈਡਲਾਈਨਸ ਜਾਰੀ ਕੀਤੀਆਂ ਸੀਗੀਆਂ ਕਿ ਜੇ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਫੰਕਸ਼ਨ ਹੈ ਜਾਂ ਕੁਝ ਹੈ ਤੇ ਉੱਥੇ ਉਹੀ ਬੰਦੇ ਆਉਣਗੇ ਜਿਹਦੇ ਕੋਲ ਜਾਂ ਤੇ ਨੈਗੇਟਿਵ ਦੀ ਰਿਪੋਰਟ ਹੋਵੇ ਤੇ ਜਾਂ ਇੰਜੈਕਸ਼ਨ ਦਾ ਸਰਟੀਫਿਕੇਟ ਹੋਵੇ। ਜਿਹਨੂੰ ਵੀ ਇੰਜੈਕਸ਼ਨ ਲੱਗਦਾ ਉਹਨੂੰ ਫਿਰ ਸਰਕਾਰ ਇੱਕ ਸਰਟੀਫਿਕੇਟ ਜਾਂ ਇੱਕ ਕਾਰਡ ਬਣਾ ਕੇ ਦਿੰਦੀ ਆ ਤੇ ਫਿਰ ਉਹ ਫ੍ਰੀ ਟੂ ਹੈਗਾ ਆਪਣੀ ਨਾਰਮਲ ਲਾਈਫ ਦੇ ਵਿੱਚ ਆਉਣ ਲਈ। ਤੇ ਇੰਜੈਕਸ਼ਨ ਸਾਰਿਆਂ ਨੂੰ ਲਵਾ ਲੈਣਾ ਚਾਹੀਦਾ, ਜਿਸ ਉਮਰ ਦੀ ਸਲੈਬ ਤੱਕ ਲੱਗ ਰਹੇ ਨੇ ਉਹਦਾ ਫਾਇਦਾ ਲੈਣਾ ਚਾਹੀਦਾ ਜੀ। ਤੇ ਤੁਹਾਨੂੰ ਕੀ ਲੱਗਦਾ ਹੈ ਇੰਜੈਕਸ਼ਨ ਲਵਾਉਣ ਤੋਂ ਬਾਅਦ ਮਾਸਕ ਨਹੀਂ ਪਾਉਣਾ ਚਾਹੀਦਾ? ਦੇਖੋ ਫਿਰ ਤੇ ਬਿਲਕੁਲ ਨਹੀਂ ਪਾਉਣਾ ਚਾਹੀਦਾ, ਕਿਉਂਕਿ ਤੁਹਾਡੀ ਜਿਹੜੀ ਬਾਡੀ ਆ ਉਹਦੇ ਲਈ ਤਿਆਰ ਹੋ ਜਾਂਦੀ ਆ ਤੇ ਫਿਰ ਤੁਸੀਂ ਉਹ ਤੋਂ ਰਹਿ ਸਕਦੇ। ਨਹੀਂ, ਪਰ ਮੈਨੂੰ ਲੱਗਦਾ ਹੈ ਕਿ ਕਰੋਨਾ ਜਿਹੜਾ ਨਾ ਟੀਕਾ ਲੱਗਣ ਤੋਂ ਬਾਅਦ ਵੀ ਕਈਆਂ 'ਚ ਵੱਧਦਾ ਹੈ। ਹਾਂ, ਇਹੋ ਜਿਹੀਆਂ ਕੁਝ ਐਕਸੈਪਸ਼ਨਲ, ਜਿੱਦਾਂ ਅਸੀਂ ਕਹਿੰਦੇ ਐਕਸੈਪਸ਼ਨ ਇਜ਼ ਆਲਵੇਜ਼ देयर, ਕੁਝ ਕੇਸ ਸਾਹਮਣੇ ਜ਼ਰੂਰ ਆਏ ਨੇ। ਪਰਮਿੰਦਰ ਜੀ, ਆਪਾਂ ਕੋਈ ਮੈਡੀਕਲ ਐਕਸਪਰਟ ਨਹੀਂ ਹੈਗੇ, ਪਰ ਮੈਨੂੰ ਇਦਾਂ ਲੱਗਦਾ ਕਿ ਜੇ ਤੁਸੀਂ ਇੱਕ ਵਾਰ ਉਸ ਚੀਜ਼ ਤੋਂ ਨਿਜਾਤ ਪਾ ਲਈ ਆ, ਉਸ ਬਿਮਾਰੀ ਲਈ ਤੁਸੀਂ ਰੋਕਥਾਮ ਲਈ ਦਵਾਈ ਆਪਣੀ ਬਾਡੀ 'ਚ ਇੰਜੈਕਟ ਕਰ ਲਈ ਆ, ਫਿਰ ਤੁਸੀਂ ਥੋੜਾ ਜਿਹਾ ਉਹਦੇ ਲਈ ਕੇਅਰਲੈਸ ਵੀ ਹੋ ਸਕਦੇ ਆ। ਚਲੋ, ਇਸ ਵੇਲੇ ਅਸੀਂ ਕੇਅਰਲੈਸ ਨਹੀਂ ਹੁੰਦੇ। ਬਿਲਕੁਲ। ਤੇ ਅਗਲੇ ਮੁੱਦੇ ਵੱਲ ਆਉਂਦੇ ਹਾਂ। ਮਹਿੰਗਾਈ ਦਾ ਮੁੱਦਾ ਇਸ ਵੇਲੇ ਭਾਰੂ ਹੋ ਰਿਹਾ ਹੈ। ਤੇਲ ਕੀਮਤਾਂ ਪਿੱਛੇ ਜੇ ਵੱਧ ਰਹੀਆਂ, ਸਿਲੰਡਰ ਮਹਿੰਗੇ ਹੋ ਰਹੇ, ਪੈਟਰੋਲ ਮਹਿੰਗਾ ਹੋ ਰਿਹਾ, ਡੀਜ਼ਲ ਮਹਿੰਗਾ ਹੋ ਰਿਹਾ, ਤੇ ਹੁਣ ਮਹਿੰਗਾਈ ਦੀ ਮਾਰ ਕਿਤੇ ਹੋਰ ਵੀ ਪੈ ਰਹੀ ਹੈ। ਬਿਲਕੁਲ। ਜਿਹੜੀ ਅੱਜ ਦੀ ਮਹਿੰਗਾਈ ਦੀ ਖਬਰ ਆ ਉਹਦੇ 'ਚ ਦੋ ਚੀਜ਼ਾਂ ਜੁੜੀਆਂ ਹੋਈਆਂ ਨੇ। ਬਹੁਤ ਦਿਨਾਂ ਤੋਂ ਅਸੀਂ ਸੁਣ ਰਹੇ ਹਾਂ ਕਿ ਸਰਕਾਰ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ। ਉਹਦੇ 'ਚ ਰੇਲਵੇ ਦਾ ਬਹੁਤ ਵੱਡਾ ਰੌਲਾ ਸੀ ਤੇ ਜਿਹੜੇ ਤੁਹਾਡੇ ਹਵਾਈ ਜਹਾਜ਼ ਆ ਜਾਂ ਹਵਾਈ ਸਫ਼ਰ ਜਾਂ ਹਵਾਈ ਅੱਡਿਆਂ ਦੀ ਵੀ ਗੱਲ ਬੜੇ ਜ਼ੋਰ ਸ਼ੋਰ ਨਾਲ ਉੱਠੀ ਸੀ। ਬੈਂਕਿੰਗ ਦੇ ਅਸੀਂ ਪਿਛਲੇ ਦਿਨਾਂ 'ਚ ਹੜਤਾਲ ਦੇਖੀ, ਬੈਂਕਾਂ ਦੇ ਪ੍ਰਾਈਵੇਟਾਈਜੇਸ਼ਨ ਦੀ ਗੱਲ ਹੋ ਰਹੀ ਸੀ। ਤੇ ਕੋਵਿਡ ਦੇ ਦੌਰਾਨ ਪੂਰਾ ਸਾਲ ਹੀ ਇਹ ਜਿਹੜਾ ਮੁੱਦਾ ਆ, ਜਿੰਨਾ ਕਰੋਨਾ ਛਾਇਆ ਰਿਹਾ ਉਨੀ ਮਹਿੰਗਾਈ ਵੀ ਉਸ ਦੇ ਉੱਤੇ ਛਾਈ ਰਹੀ। ਹਾਲਾਂਕਿ ਸਰਕਾਰ ਨੇ ਆਪਣੇ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਸੀ, ਜਿੱਦਾਂ ਰਾਸ਼ਨ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਕੁਝ ਚੀਜ਼ਾਂ ਦੇ ਕੰਮ ਚੰਗੇ ਕੀਤੇ। ਪਰ ਹੁਣ ਜਿਹੜੀ ਗੱਲ ਅੱਜ ਦੀ ਸਾਹਮਣੇ ਆਈ ਆ, ਪਲੇਟਫਾਰਮ ਟਿਕਟ, ਜਦੋਂ ਤੁਸੀਂ ਰੇਲਵੇ ਸਟੇਸ਼ਨ ਤੇ ਕਿਸੇ ਕੰਮ ਲਈ ਜਾਂਦੇ ਆ, ਜਦੋਂ ਤੁਹਾਡੇ ਕੋਲ ਟਿਕਟ ਨਹੀਂ ਹੁੰਦੀ, ਤੁਸੀਂ ਕਿਸੇ ਨੂੰ ਛੱਡਣ ਜਾਂਦੇ ਆ ਜਾਂ ਲੈਣ ਜਾਂਦੇ ਆ, ਤੇ ਇੱਕ ਟਾਈਮ ਤੇ ਉਹ 2 ਰੁਪਏ ਦਾ ਟਿਕਟ ਹੁੰਦਾ ਸੀ। ਬੜਾ ਛੋਟਾ ਜਿਹਾ ਗੱਤੇ ਦਾ ਟਿਕਟ ਮਿਲਦਾ ਸੀ, ਬੜਾ ਸੋਹਣਾ ਲੱਗਦਾ ਸੀ ਉਹ, ਤੇ ਉਹ 2 ਰੁਪਏ ਦਾ ਟਿਕਟ ਹੁੰਦਾ ਸੀ। ਵੈਸੇ ਉਦੋਂ ਵੀ ਲੋਕ ਨਾ ਟਿਕਟ ਨੂੰ ਸੰਭਾਲ ਕੇ ਰੱਖ ਲੈਂਦੇ ਸੀ ਵੀ ਅਗਲੀ ਵਾਰ ਫੇਰ ਛੱਡਣ ਕਿਸੇ ਨੂੰ ਆਵਾਂਗੇ ਨਾ ਤੇ ਫਿਰ ਉਹੀ ਟਿਕਟ ਚਲਾ ਲਵਾਂਗੇ ਜੀ। ਤੇ ਉਹ ਫਿਰ ਇੱਕ ਟਾਈਮ ਤੇ ਉਹਦੀ ਕੀਮਤ ਵੱਧ ਕੇ 10 ਰੁਪਏ ਹੋ ਗਈ ਸੀ ਤੇ ਅੱਜ ਤੋਂ ਸ਼ਾਇਦ ਉਹਦੀ ਜਿਹੜੀ ਕੀਮਤ ਆ ਉਹ 50 ਰੁਪਏ ਕਰ ਦਿੱਤੀ ਗਈ ਜੀ। ਇਹ ਵੀ ਕਿਤੇ ਨਾ ਕਿਤੇ ਉਸੇ ਗੱਲ 'ਚ ਆਉਂਦਾ ਆ ਕਿ ਜਦੋਂ ਇਹਨਾਂ ਸਟੇਸ਼ਨਸ ਨੂੰ ਪ੍ਰਾਈਵੇਟ ਹੱਥਾਂ ਨੂੰ ਸੌਂਪਿਆ ਜਾਊਗਾ ਤੇ ਫਿਰ ਉਹਨਾਂ ਲਈ ਕਮਾਈ ਦਾ ਸਾਧਨ ਜਿਹੜਾ ਉਹ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖਿਆ ਜਾਣਾ। ਨਹੀਂ ਤੇ ਸਿਰਫ ਔਰ ਸਿਰਫ ਪਲੇਟਫਾਰਮ ਤੇ ਵਿਜ਼ਿਟ ਕਰਨ ਲਈ 50 ਰੁਪਏ ਚਾਰਜ ਕਰਨਾ ਜਿਹੜਾ ਉਹ ਬੜਾ ਹਾਸੋਹੀਣਾ ਲੱਗਦਾ ਤੇ ਉਹ ਗਲਤ ਵੀ ਜਾਪਦਾ। ਇਸ ਦੇ ਨਾਲ ਹੀ ਜਿਹੜੀ ਦੂਜੀ ਖਬਰ ਆ ਕਿ ਡੋਮੈਸਟਿਕ ਫਲਾਈਟਸ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਉਹ 5% ਤੋਂ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਜੀ। ਸੋ ਕੁੱਲ ਮਿਲਾ ਕੇ ਸਰਕਾਰ ਜਿਹੜੀ ਆ ਉਹ ਆਪਣੇ ਵੈਲਫੇਅਰ ਫਾਰਮ ਆਫ ਗਵਰਨਮੈਂਟ ਦੇ ਤੌਰ ਤੇ ਕੰਮ ਕਰਨ ਨਾਲੋਂ ਪਬਲਿਕ ਲਿਮਿਟਿਡ ਕੰਪਨੀ ਵਾਂਗ ਕੰਮ ਕਰਦੀ ਜ਼ਿਆਦਾ ਨਜ਼ਰ ਆ ਰਹੀ ਜੀ। ਤੇ ਇਦਾਂ ਹੀ ਇੱਕ ਹੋਰ ਸੁਰਖੀ ਅੱਜ ਜਿਹੜੀ ਧਿਆਨ ਖਿੱਚਦੀ ਸੀ ਕਿ ਕੋਵਿਡ ਦੇ ਦੌਰਾਨ ਲੋਕਾਂ ਦੀ ਜਿਹੜੀ ਬਚਤ ਕਰਨ ਦੀ ਆਦਤ ਆ ਉਹਦੇ ਤੇ ਬਹੁਤ ਜ਼ਿਆਦਾ ਸੱਟ ਵੱਜੀ ਆ। ਹਿੰਦੁਸਤਾਨੀ ਜਾਂ ਅਸੀਂ ਏਸ਼ੀਅਨ ਮੂਲ ਦੇ ਲੋਕ ਖਾਸ ਤੌਰ ਤੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਬਜਟ ਦੇ ਵਿੱਚ ਬਚਤ ਜ਼ਰੂਰ ਕਰਦੇ ਆ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਕਰੀਏ। ਹਾਂ, ਬਚਪਨ ਤੋਂ ਹੀ ਸਿਖਾਇਆ ਜਾਂਦਾ ਬੁਗਣੀ ਲਾਉਣੀ ਹੈ ਤੇ ਜਿਹਦੇ 'ਚ ਹਰ ਹਫ਼ਤੇ ਪਾਕਟ ਮਨੀ ਜਿਹੜੀ ਮਿਲਦੀ ਹੈ ਨਾ ਉਹਦਾ ਕੁਝ ਹਿੱਸਾ ਉਹਦੇ 'ਚ ਪਾ ਕੇ ਰੱਖਣਾ, ਕਿਉਂਕਿ ਜਦੋਂ ਲੋੜ ਪਏ ਕਿਸੇ ਕਾਪੀ ਕਿਤਾਬ ਜਾਂ ਪੈਨ ਦੀ ਤਾਂ ਉਹਦੇ ਵਿੱਚੋਂ ਖਰਚ ਕਰਨਾ ਹੁੰਦਾ। ਬਿਲਕੁਲ, ਅਸੀਂ ਬਹੁਤ ਚੰਗੇ ਕੰਮਾਂ ਲਈ ਵੀ ਉਸ ਬਚਤ ਨੂੰ ਵਰਤਦੇ ਹਾਂ, ਕਿਤੇ ਹੋਰ ਬੰਦੇ ਦੀ ਸਕੇ ਸੰਬੰਧੀ ਦੀ ਜਾਂ ਯਾਰ ਦੋਸਤ ਦੀ ਮਦਦ ਕਰਨ ਲਈ ਵੀ ਉਹਨੂੰ ਵਰਤਦੇ ਹਾਂ, ਤੇ ਆਪਣੇ ਬੁਰੇ ਦੌਰ ਦੇ ਵਿੱਚ ਵੀ ਅਸੀਂ ਕਈ ਵਾਰ ਉਸ ਬੁਗਣੀ ਨੂੰ ਭੰਨ ਕੇ ਤੇ ਵਰਤ ਲੈਂਦੇ ਹਾਂ। ਪਰ ਹੁਣ ਇਹ ਹਾਲਾਤ ਸਾਹਮਣੇ ਆਏ ਨੇ ਕਿ ਪਿਛਲੀ ਜਿਹੜੀ ਤਿਮਾਹੀ ਬੀਤੀ ਆ ਦਸੰਬਰ ਤੱਕ ਦੀ, ਉਹਦੇ ਵਿੱਚ ਜੋ ਅੰਕੜੇ ਸਰਕਾਰ ਨੇ ਜਾਰੀ ਕੀਤੇ ਨੇ ਜਾਂ ਕੁਝ ਪ੍ਰਾਈਵੇਟ ਫਰਮਸ ਦੇ ਸਰਵੇ ਨੇ ਉਹ ਦੱਸਿਆ ਕਿ ਜਿਹੜੀ ਬਚਤ ਕਰਨ ਦੇ ਅੰਕੜੇ ਆ ਉਹ 21% ਤੱਕ ਘਟਿਆ ਜੀ। ਤੇ ਦੂਜੀ ਜਿਹੜੀ ਗੱਲ ਸਾਹਮਣੇ ਆਈ ਉਹ ਹੈਗੀ ਆ ਕਿ 골ਡ ਲੋਨ ਲੈਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਵਧੀ ਆ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਕਰਜ਼ਾ ਲੈਣ ਦੇ ਕੁਛ ਨਾ ਕੁਛ ਸਾਧਨ ਨੇ। ਕੋਈ ਆਪਣੀ ਸੈਲਰੀ ਤੇ ਲੈ ਸਕਦਾ ਜਾਂ ਕੋਈ ਕਿਸੇ ਦੇ ਕੋਲ ਬਿਜ਼ਨਸ ਲੋਨ ਦੀ ਸੁਵਿਧਾ ਹੈਗੀ ਆ ਜਾਂ ਖੇਤੀਬਾੜੀ ਵਾਲੇ ਬੰਦਿਆਂ ਕੋਲ ਜ਼ਮੀਨ ਦੇ ਉੱਤੇ ਲੋਨ ਨੇ। ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨਹੀਂ ਹਨ। ਖਾਸ ਤੌਰ ਤੇ ਪੇਂਡੂ ਤਰ੍ਹਾਂ ਦੇ ਲੋਕ, ਪਿੰਡਾਂ ਵਿੱਚ ਰਹਿਣ ਵਾਲੇ ਉਹ ਲੋਕ ਨੇ ਜਿਨ੍ਹਾਂ ਦੇ ਘਰ ਵੀ ਜਿਹੜੇ ਨੇ ਉਹ
ਪਮਾਇਸ਼ ਵਾਲੇ ਇਲਾਕੇ 'ਚ ਨਹੀਂ ਨੇ, ਜਿੱਥੇ ਸਰਕਾਰੀ ਫਰਦਾਂ ਨਹੀਂ ਹੈਗੀਆਂ, ਤੇ ਉਹਨਾਂ ਨੂੰ ਤਾਂ ਫਿਰ ਆਪਣੀ ਘਰ ਦੇ ਉੱਤੇ ਵੀ ਲੋਨ ਨਹੀਂ ਮਿਲਦਾ। ਉਸ ਤਰ੍ਹਾਂ ਦੇ ਲੋਕਾਂ ਲਈ ਪਿਛਲੇ ਸਮੇਂ ਤੋਂ ਅਸੀਂ 골ਡ ਲੋਨ ਕਾਫੀ ਦੇਖਿਆ, ਪ੍ਰਾਈਵੇਟ ਫਰਮਾਂ ਵੀ ਕਰਦੀਆਂ ਨੇ ਤੇ ਬੈਂਕਾਂ ਵੀ ਕਰਦੀਆਂ ਨੇ। ਤੇ 골ਡ ਲੋਨ ਵਾਲਿਆਂ ਦੀ, ਲੈਣ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਪਰਮਿੰਦਰ ਜੀ 125% ਤੋਂ ਵੀ ਜ਼ਿਆਦਾ ਆਈ ਹੈ। ਜੇ ਪਿਛਲੇ ਸਮੇਂ ਦੇ ਵਿੱਚ ਇੱਕ ਬੰਦਾ ਲੈਂਦਾ ਸੀ ਤੇ ਹੁਣ ਉਹੀ 골ਡ ਲੋਨ 132 ਬੰਦੇ ਅਵੇਲ ਕਰ ਰਹੇ ਆ। ਹਾਲਾਂਕਿ ਉਹਦੇ ਪਿੱਛੇ ਦੂਜਾ ਕਾਰਨ ਇਹ ਵੀ ਹੋ ਸਕਦਾ ਕਿਤੇ ਨਾ ਕਿਤੇ ਕਿ 골ਡ ਦੀਆਂ ਕੀਮਤਾਂ 'ਚ ਵੀ ਬਹੁਤ ਵਾਧਾ ਆਇਆ ਤੇ ਉਹਦੇ ਤੇ ਮਿਲਣ ਵਾਲੇ ਲੋਨ ਦੇ ਵਿੱਚ ਵੀ ਉਸ ਪ੍ਰਪੋਰਸ਼ਨ ਨਾਲ ਹੀ ਵਾਧਾ ਹੋਇਆ ਹੋਵੇਗਾ। ਤੇ ਹੋ ਸਕਦਾ ਕੁਝ ਲੋਕਾਂ ਨੇ ਇਸ ਲੋਨ ਨੂੰ ਉਸ ਪਏ ਹੋਏ ਸੋਨੇ ਦੇ ਉੱਤੇ ਪੈਸੇ ਲੈ ਕੇ ਵਰਤਣ ਨੂੰ ਵੀ ਤਰਜੀਹ ਦਿੱਤੀ ਹੋਵੇਗੀ। ਪਰ ਕੁੱਲ ਮਿਲਾ ਕੇ ਜਿਹੜੀ ਗੱਲ ਉਹ ਇਹ ਆ ਕਿ ਮੁਲਕ ਦੇ ਵਿੱਚ ਜਿਹੜੀ ਮਹਿੰਗਾਈ ਦੇ ਹਾਲਾਤ ਨੇ ਉਹ ਦਿਨ ਪ੍ਰਤੀ ਦਿਨ ਜਿਹੜੇ ਆ ਉਹ ਵੱਧ ਰਹੇ ਨੇ ਤੇ ਹਾਲਾਤ ਜਿਹੜੇ ਆ ਉਹ ਕੁਝ ਬਹੁਤ ਚੰਗੇ ਨਹੀਂ ਹੋ ਰਹੇ ਜੀ। ਤੇ ਸ਼ਰਮਾ ਜੀ, ਮਹਿੰਗਾਈ ਦੀ ਤਾਂ ਗੱਲ ਕਰ ਲਈ ਜੀ, ਤੇ ਹੁਣ ਜਿਸ ਮੁੱਦੇ ਤੇ ਗੱਲ ਕਰਨੀ ਹੈ ਨਾ, ਉਹ ਹੈ ਸੁਪਰੀਮ ਕੋਰਟ ਨੇ ਕੁਝ ਆਖਿਆ ਹੈ, ਦੋ ਥਾਵਾਂ ਤੇ ਕੁਝ ਕਿਹਾ ਹੈ। ਪਹਿਲੀ ਗੱਲ ਹੈ ਕਿ ਸੰਘੀ ਢਾਂਚੇ ਦੇ ਵਿੱਚ ਸੂਬਾ ਸਰਕਾਰਾਂ ਵੱਲੋਂ ਕੀਤੇ ਜਾਂਦੇ ਵਿਧਾਨ ਸਭਾ 'ਚ ਮਤਿਆਂ ਤੇ ਕੋਈ ਗੱਲਬਾਤ, ਉਹਦੇ ਬਾਰੇ ਵੀ ਸੁਪਰੀਮ ਕੋਰਟ ਨੇ ਕਿਹਾ। ਤੇ ਸੁਪਰੀਮ ਕੋਰਟ ਨੇ ਇੱਕ ਗੱਲ ਹੋਰ ਵੀ ਆਖੀ ਹੈ ਰਾਖਵੇਂਕਰਨ ਦੇ ਮੁੱਦੇ ਤੇ। ਇਹਨਾਂ ਦੋਨਾਂ ਮੁੱਦਿਆਂ ਤੇ ਆਪਾਂ ਤੁਹਾਡੇ ਕੋਲੋਂ ਜਵਾਬ ਲਵਾਂਗੇ, ਪਰ ਇਸ ਵੇਲੇ ਪ੍ਰੋਗਰਾਮ 'ਚ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਅੰਮ੍ਰਿਤਪਾਲ ਸ਼ਰਮਾ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜੇ ਮੁੱਦੇ ਨੂੰ ਆਪਾਂ ਸ਼ੁਰੂ ਕਰਨਾ ਸੀ, ਸੁਪਰੀਮ ਕੋਰਟ ਨੇ ਸੰਘੀ ਢਾਂਚੇ ਦੀ ਗੱਲ ਕਰਦਿਆਂ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਮੁੱਦਿਆਂ ਤੇ ਕੁਝ ਆਖਿਆ ਜੀ। ਉਹ ਕੀ ਆਖਿਆ ਸੁਪਰੀਮ ਕੋਰਟ ਨੇ? ਹਾਂਜੀ, ਅਸੀਂ ਮੁੱਦਾ ਪਹਿਲਾਂ ਪ੍ਰਕਾਸ਼ ਕਰ ਲਿਆ ਸੀ ਉਹਦਾ, ਤੇ ਹੁਣ ਅਸੀਂ ਉਹਦੇ ਤੇ ਵਿਚਾਰ ਕਰਨੀ ਆ। ਸ਼ੁਰੂ ਤੁਸੀਂ ਗੱਲ ਕੀਤੀ ਸੀ ਰਾਜਸਥਾਨ ਤੋਂ ਕੋਈ ਸਮਿਤਾ ਕਰਕੇ ਕੋਈ ਹੈਗੀ ਅੰਦੋਲਨ ਸਮਿਤੀ ਆ, ਉਹਨਾਂ ਨੇ ਇੱਕ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ PIL, ਜਿਹਨੂੰ ਆਪਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਕਹਿੰਦੇ, ਉਹ ਫਾਈਲ ਕੀਤੀ ਸੀ। ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਪੱਛਮੀ ਬੰਗਾਲ, ਕੇਰਲਾ, ਪੰਜਾਬ ਤੇ ਰਾਜਸਥਾਨ ਸਰਕਾਰਾਂ ਨੇ ਜਿਹੜਾ ਬੀਤੇ ਸਮੇਂ ਦੇ ਕੇਂਦਰ ਸਰਕਾਰ ਦੇ ਕਾਨੂੰਨਾਂ ਦੇ ਖਿਲਾਫ ਕੁਝ ਮਤੇ ਵਿਧਾਨ ਸਭਾ 'ਚ ਪਾਸ ਕੀਤੇ ਆ, ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਇਹਨਾਂ ਸਟੇਟਾਂ ਨੂੰ ਚੇਤਾਵਨੀ ਦਿੱਤੀ ਜਾਵੇ, ਤਾਂ ਇਹਨਾਂ ਸਟੇਟਾਂ ਨੂੰ ਨੋਟਿਸ ਦਿੱਤਾ ਜਾਵੇ ਜਾਂ ਇਹਨਾਂ ਸਟੇਟਾਂ ਨੂੰ ਦੱਸਿਆ ਜਾਵੇ ਕਿ ਇਹ ਜਿਹੜੇ ਰਾਜ ਨੇ ਇਹ ਸੰਘੀ ਢਾਂਚੇ ਦੇ ਵਿੱਚ ਹੇਠਲੇ ਪਾਇਦਾਨ ਤੇ ਬੈਠੇ ਨੇ ਤੇ ਜਿਹੜਾ ਸੁਪਰੀਮ ਪਾਵਰ ਆ ਉਹ ਹੈਗੀ ਆ ਕੈਬਨਿਟ, ਕੇਂਦਰ ਦੀ ਕੈਬਨਿਟ। ਇਹੋ ਜਿਹਾ ਕੁਝ ਉਹਨਾਂ ਦੀ ਪਟੀਸ਼ਨ ਦਾ ਲਬੋ ਲਬਾਬ ਸੀ ਜੋ ਉਹਨਾਂ ਨੇ ਕਹਿਣਾ ਚਾਹਿਆ ਸੀ ਆਪਣੇ ਵਕੀਲ ਦੇ ਥਰੂ। ਤੇ ਸੁਪਰੀਮ ਕੋਰਟ ਦੀ ਬੈਂਚ, ਸ਼ਾਇਦ 3 ਮੈਂਬਰੀ ਬੈਂਚ ਆ, ਉਹਦੇ 'ਚ ਜਸਟਿਸ SR ਬੋਬੜੇ ਜਿਹੜੇ ਨੇ, ਬੋਬੜੇ ਜਿਹੜੇ ਨੇ, ਉਹਨਾਂ ਨੇ ਉਹ ਕਿਹਾ ਕਿ ਤੁਹਾਡੀ ਪਟੀਸ਼ਨ ਜਿਹੜੀ ਆ ਉਹ ਠੀਕ ਨਹੀਂ ਹੈਗੀ। ਬਹੁਤ ਸਾਰੇ ਜਿਹੜੇ ਸਾਡੇ ਸੰਵਿਧਾਨ ਦੇ ਅੰਦਰ ਉਹਨਾਂ ਨੇ ਦੱਸਿਆ ਕਿ ਜਿਹੜੇ ਕਾਨੂੰਨ ਨੇ ਜਾਂ ਜਿਹੜੇ ਮਦਾਂ ਨੇ ਜਾਂ ਜਿਹੜੇ ਮੁੱਦੇ ਨੇ ਉਹ ਇਹੋ ਜਿਹੇ ਨੇ ਜਿਹੜੇ ਕੇਂਦਰ ਤੇ ਰਾਜ ਸਰਕਾਰਾਂ ਦੋਨੋਂ ਦੇਖਦੀਆਂ ਨੇ ਤੇ ਉੱਥੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਜਿੱਥੋਂ ਤੱਕ ਆਪਾਂ ਗੱਲ ਕਰੀਏ ਕੇਰਲਾ ਦੀ ਜਾਂ ਵੈਸਟ ਬੰਗਾਲ ਦੀ, ਉਹਨਾਂ ਨੇ ਜਿਹੜੇ ਮਤੇ ਪਾਸ ਕੀਤੇ ਉਹਦੇ ਵਿੱਚ ਉਹਨਾਂ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਇਹ ਕਾਨੂੰਨ ਲੋਕ ਨਾ ਮੰਨਣ। ਉਹਨਾਂ ਨੇ ਕੇਂਦਰ ਸਰਕਾਰ ਨੂੰ ਇਹ ਗੱਲ ਦੱਸੀ ਆ ਕਿ ਇਹ ਕਾਨੂੰਨ ਗਲਤ ਨੇ ਤੇ ਇਹਨਾਂ ਤੇ ਨਜ਼ਰਸਾਨੀ ਕੀਤੀ ਜਾਵੇ ਜਾਂ ਇਹਨਾਂ ਨੂੰ ਨਾ ਲਾਗੂ ਕੀਤਾ ਜਾਵੇ ਜਾਂ ਅਸੀਂ ਇਹਨਾਂ ਨੂੰ ਲਾਗੂ ਨਹੀਂ ਕਰਦੇ। ਅਸੀਂ ਬੜੇ ਦਿਨਾਂ ਤੋਂ ਪਰਮਿੰਦਰ ਜੀ ਜਦੋਂ ਤੋਂ ਖਬਰਾਂ ਪੜ੍ਹਦੇ ਹਾਂ ਜਾਂ ਜਦੋਂ ਤੋਂ ਅਸੀਂ ਥੋੜ੍ਹੀ ਬਹੁਤ ਬੁੱਧੀ ਨਾਲ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਤੇ ਇਹ ਪਹਿਲਾਂ ਵੀ ਮੈਂ ਬਹੁਤ ਸਾਫ਼ ਸ਼ਬਦਾਂ 'ਚ ਗੱਲ ਕੀਤੀ ਸੀ, ਉਸ ਤੋਂ ਬਾਅਦ ਹੀ ਇਹ ਬਹੁਤ ਸਾਹਮਣੇ ਆਈ ਹੈ ਗੱਲ ਕਿ ਦੇਸ਼ ਦਾ ਵਿਰੋਧ ਹੋਣਾ ਤੇ ਸਰਕਾਰ ਦਾ ਵਿਰੋਧ ਹੋਣਾ ਦੋ ਅਲੱਗ-ਅਲੱਗ ਗੱਲਾਂ ਨੇ। ਗੱਲ ਫਿਰ ਉਹੀ ਆ, ਤੁਸੀਂ ਉਸ ਮੁੱਦੇ ਦਾ ਸ਼ੁਰੂਆਤ ਵੀ ਇੱਦਾਂ ਹੀ ਕੀਤੀ ਕਿ ਸੰਘੀ ਢਾਂਚਾ ਜਿਹੜਾ ਆ ਉਹਦੇ ਵਿੱਚ ਸਟੇਟ ਦੀ ਅਹਿਮੀਅਤ ਵੀ ਉਨੀ ਆ। ਜੇ ਅਸੀਂ ਇਸ ਤੋਂ ਵੀ ਪਿੱਛੇ ਜਾਈਏ, ਜਦੋਂ ਭਾਰਤ ਦੀ ਪਰਿਕਲਪਨਾ ਕੀਤੀ, ਜਦੋਂ ਭਾਰਤ ਨੂੰ ਇੱਕ ਮੁਲਕ ਦੇ ਤੌਰ ਤੇ ਇਹਦੇ ਰਹਿਨੁਮਾਵਾਂ ਨੇ ਦੇਖਿਆ ਸੀਗਾ, ਤੇ ਮਹਾਤਮਾ ਗਾਂਧੀ ਨੇ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਦਿੱਤਾ ਉਹ ਡੀਸੈਂਟਰਲਾਈਜੇਸ਼ਨ ਆਫ ਪਾਵਰ ਤੇ ਦਿੱਤਾ। ਸ਼ਕਤੀਆਂ ਦਾ ਕੇਂਦਰੀਕਰਨ ਕਰਨ ਦੀ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਕਿਤੇ, ਉਹਨਾਂ ਨੇ ਸ਼ਕਤੀਆਂ ਦਾ ਵਿਕੇਂਦਰੀਕਰਨ ਕੀਤਾ। ਉਹਨਾਂ ਨੇ ਸਭ ਤੋਂ ਵੱਧ ਅਧਿਕਾਰ ਪੰਚਾਇਤਾਂ ਨੂੰ ਦੇਣ ਦੀ ਗੱਲ ਕੀਤੀ ਸੀ, ਤੇ ਜਿਹੜੀ ਅੱਜ ਦੀ ਸਾਡੀ ਮੌਜੂਦਾ ਸਰਕਾਰ ਆ ਉਹ ਸਭ ਤੋਂ ਜ਼ਿਆਦਾ ਅਧਿਕਾਰ ਆਪਣੇ ਕੋਲ ਰੱਖਣ ਦੀ ਗੱਲ ਕਰਦੀ ਹੈ। ਬੀਤੇ ਦਿਨੀ ਤੁਸੀਂ ਦੇਖਿਆ ਕਿ ਜਿੱਥੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉੱਥੇ ਜਿਹੜੇ ਨੇ ਗਵਰਨਰ ਨੇ, ਜਿਨ੍ਹਾਂ ਨੂੰ LG ਕਹਿੰਦੇ ਅੱਜ ਕੱਲ੍ਹ ਆਪਾਂ, ਲੈਫਟੀਨੈਂਟ ਗਵਰਨਰ, ਚਾਹੇ ਉਹ ਦਿੱਲੀ ਦੇ ਨੇ, ਚਾਹੇ ਉਹ ਪੁਡੂਚੇਰੀ 'ਚ ਸੀ ਮੈਡਮ, ਤੇ ਚਾਹੇ ਉਹ ਅੱਜ ਕੱਲ੍ਹ ਜੰਮੂ ਕਸ਼ਮੀਰ ਨੂੰ ਬਣਾਇਆ ਗਿਆ ਕੇਂਦਰੀ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ। ਤੇ ਵਕਤ ਬੇਵਕਤ ਕੇਂਦਰ ਸਰਕਾਰ ਜਿਹੜੀ ਆ ਉਹ ਸੱਤਾ ਦੇ ਉੱਤੇ ਕਾਬਜ਼ ਹੋਣ ਲਈ ਇਹੋ ਜਿਹੇ ਕੰਮ ਕਰਦੀ ਆ। ਮੈਂ ਨਹੀਂ ਕਹਿੰਦਾ ਕਿ ਇਹ ਜਿਹੜੀ PIL ਆ ਉਹ ਸਰਕਾਰ ਨੇ ਪਵਾਈ ਆ। ਹੋ ਸਕਦਾ ਕਿਸੇ ਬੰਦੇ ਦੇ ਆਪਣੇ ਦਿਮਾਗ 'ਚ ਇਹ ਗੱਲ ਹੋਵੇ ਕਿ ਕੇਂਦਰ ਜਿਹੜਾ ਆ ਉਹ ਸਸ਼ਕਤ ਹੋਣਾ ਚਾਹੀਦਾ, ਜ਼ਿਆਦਾ ਤਾਕਤਵਰ ਹੋਣਾ ਚਾਹੀਦਾ, ਉਹਦੇ ਕੋਲ ਜ਼ਿਆਦਾ ਅਧਿਕਾਰ ਹੋਣੇ ਚਾਹੀਦੇ।
ਪਰ ਸਾਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਉਹ ਗੱਲ ਯਾਦ ਆਉਂਦੀ ਆ ਕਿ ਪਾਵਰ ਕਰਪਟਸ ਯੂ ਐਂਡ ਐਬਸੋਲਿਊਟ ਪਾਵਰ ਕਰਪਟਸ ਯੂ ਐਬਸੋਲਿਊਟਲੀ। ਜਿੰਨੇ ਜ਼ਿਆਦਾ ਅਸੀਂ ਤਾਕਤਵਰ ਹੁੰਨੇ ਆ, ਜਿੰਨੀ ਸਾਡੇ ਕੋਲ ਸੱਤਾ ਆਉਂਦੀ ਆ, ਓਨਾ ਹੀ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਸ ਸੱਤਾ ਦਾ ਦੁਰਉਪਯੋਗ ਕਰਨ ਦਾ ਵੀ ਦਿਮਾਗ ਦੇ ਵਿੱਚ ਖਿਆਲ ਆਉਂਦੇ ਆ, ਤੇ ਸੱਤਾ ਜਿਹੜੀ ਆ ਉਹ ਸਾਨੂੰ ਜ਼ਿਆਦਾ ਕਰਪਟ ਵੀ ਕਰਦੀ ਆ। ਅਸੀਂ ਇਹੋ ਜਿਹੀ ਹੀ ਗੱਲ ਆਪਣੇ ਧਰਮ ਦੇ ਵਿੱਚ ਵੀ ਪੜ੍ਹਦੇ ਹਾਂ, ਰਾਜੋ ਨਰਕ ਤਪੋਂ ਰਾਜ ਤੇ ਰਾਜੋ ਨਰਕ। ਜਦੋਂ ਅਸੀਂ ਉੱਚੇ ਹੋ ਜਾਂਦੇ ਹਾਂ, ਸਾਡੇ ਕੋਲ ਤਾਕਤ ਆਉਂਦੀ ਹੈ, ਫਿਰ ਅਸੀਂ ਇਹੋ ਜਿਹੇ ਕੰਮ ਕਰਦੇ ਹਾਂ ਕਿ ਅਸੀਂ ਉਸ ਤਾਕਤ ਨੂੰ ਸਦੀਵੀ ਬਣਾਉਣਾ ਚਾਹੁੰਦੇ ਹਾਂ। ਇਹੋ ਜਿਹੀ ਇਹਦੀਆਂ ਉਦਾਹਰਨਾਂ 1977 76 78 ਦੇ ਵਿੱਚ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਐਮਰਜੈਂਸੀ ਤੇ ਵੀ ਉਹ ਗੱਲ ਲਾਗੂ ਹੁੰਦੀ ਹੈ। ਤੇ ਕੇਂਦਰ ਨੇ ਉਹਨਾਂ ਗੱਲਾਂ ਨੂੰ ਰੱਦ ਕੀਤਾ, ਸੁਪਰੀਮ ਕੋਰਟ ਨੇ ਉਹਨਾਂ ਉਸ ਪਟੀਸ਼ਨ ਨੂੰ ਵਿੱਚ ਬੋਲਦਿਆਂ ਇਹਨਾਂ ਨੇ ਦੱਸਿਆ ਕਿ ਜੇ ਸਰਕਾਰ ਜਿਹੜੀ ਰਾਜ ਦੀ ਸਰਕਾਰ ਆ, ਜੇ ਉਹਨੂੰ ਕਿਤੇ ਲੱਗਦਾ ਆ ਕਿ ਕੋਈ ਕਾਨੂੰਨ ਗਲਤ ਆ, ਤੇ ਉਹਦੇ ਉੱਤੇ ਜਿਹੜੀ ਰਾਜ ਸਰਕਾਰ ਆ ਉਹ ਆਪਣਾ ਪੱਖ ਰੱਖ ਸਕਦੀ ਹੈ। ਉਹਦੇ ਵਿੱਚ ਮੁੱਖ ਤੌਰ ਤੇ ਉਹਨਾਂ ਨੇ CAA ਦੀ ਗੱਲ ਕੀਤੀ ਸੀ। 2019 ਦੇ ਵਿੱਚ ਇਹਨਾਂ ਨੇ CAA ਨਾਂ ਦਾ ਇੱਕ ਕਾਨੂੰਨ ਪਾਸ ਕੀਤਾ ਸੀ, ਸਿਟੀਜ਼ਨ ਅਮੈਂਡਮੈਂਟ ਐਕਟ। ਉਹਦੇ ਤੇ ਬੜੀ ਦੇਰ ਰੌਲਾ ਪਿਆ। ਅਸਾਮ ਦੇ ਵਿੱਚ ਸਭ ਤੋਂ ਜ਼ਿਆਦਾ ਉਹਦਾ ਪ੍ਰਖਰ ਵਿਰੋਧ ਹੋਇਆ। ਕਿਹਾ ਜਾਂਦਾ ਸੀਗਾ ਕਿ ਕਰੋੜ ਤੋਂ ਜ਼ਿਆਦਾ ਬੰਗਲਾਦੇਸ਼ੀ ਸਾਡੇ ਦੇਸ਼ ਦੇ ਵਿੱਚ ਹੈਗੇ ਆ, ਤੇ BJP ਨੇ ਆਪਣੇ ਮੈਨੀਫੈਸਟੋ 'ਚ ਵੀ ਕਿਤੇ ਕਿਹਾ ਸੀ ਕਿ ਅਸੀਂ ਭਾਰਤ ਦੀਆਂ ਸੀਮਾਵਾਂ ਨੂੰ ਸੁਰੱਖਿਅਤ ਰੱਖਾਂਗੇ ਤੇ ਬਾਹਰਲੇ ਲੋਕਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਬਾਅਦ ਵਿੱਚ ਉਹਦੇ ਤੇ ਜਦੋਂ ਜੋ ਕੁਝ ਹੋਇਆ, ਅਸੀਂ ਉਹਦੇ ਦੁਬਾਰਾ ਉਸ ਪੜਚੋਲ ਨੂੰ ਨਾ ਕਰੀਏ, ਪਰ CAA ਦਾ ਹਾਲੇ ਤੱਕ ਵੀ ਜਿਹੜਾ ਵਿਰੋਧ ਆ ਉਹ ਕਿਤੇ ਨਾ ਕਿਤੇ ਹੁੰਦਾ ਰਹਿੰਦਾ। ਤੇ ਬੀਤੇ ਦਿਨੀ ਵੀ ਕੇਂਦਰੀ ਗ੍ਰਹਿ ਮੰਤਰੀ ਨੇ ਇਹ ਗੱਲ ਕਹੀ ਆ ਕਿ CAA ਨੂੰ ਹਾਲੇ ਸਾਰੇ ਦੇਸ਼ 'ਚ ਲਾਗੂ ਕਰਨ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਜੀ। ਤੇ ਸੁਪਰੀਮ ਕੋਰਟ ਨੇ ਰਾਖਵੇਂਕਰਨ ਨੂੰ ਵੀ ਲੈ ਕੇ ਕੁਝ ਆਖਿਆ, ਉਹ ਭਲਾ ਕੀ ਮਾਮਲਾ ਹੈ? ਦੇਖੋ, ਰਾਖਵੇਂਕਰਨ ਦੀ ਜਿਹੜੀ ਗੱਲ ਆ ਉਹ ਵੀ ਇੱਕ ਬਹੁਤ ਸੈਂਸਿਟਿਵ ਮੁੱਦਾ ਬਣੀ ਹੋਈ ਆ ਬਹੁਤ ਸਮੇਂ ਤੋਂ ਲੈ ਕੇ। ਪਰਮਿੰਦਰ ਜੀ, ਹਿੰਦੁਸਤਾਨ ਜਦੋਂ ਅਸੀਂ ਕਹਿੰਦੇ ਆ ਕਿ ਵਿਵਿਧਤਾਵਾਂ ਨਾਲ ਭਰਿਆ ਹੋਇਆ ਦੇਸ਼ ਆ, ਬਹੁਤ ਸਾਰੇ ਵਖਰੇਵੇਂ ਨੇ, ਫਿਰ ਵੀ ਇੱਕ ਦੇਸ਼ ਆ। ਇੱਦਾਂ ਹੀ ਇੱਥੇ ਬਹੁਤ ਸਾਰੇ ਵਖਰੇਵੇਂ ਜਿਹੜੇ ਆ ਉਹ ਕਾਨੂੰਨਾਂ ਦੇ ਵਿੱਚ ਵੀ ਤੇ ਸੰਵਿਧਾਨ 'ਚ ਵੀ ਨਜ਼ਰ ਆਉਂਦੇ ਆ। ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਆ, ਜਿੱਥੋਂ ਸ਼ੁਰੂਆਤ ਹੁੰਦੀ ਆ, ਉੱਥੇ ਤਾਂ ਇਹ ਗੱਲ ਕਹੀ ਜਾਂਦੀ ਆ ਕਿ ਇੱਥੇ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਹੋਵੇਗਾ। ਜਾਤੀ ਦੇ ਨਾਂ ਤੇ, ਨਸਲ ਦੇ ਨਾਂ ਤੇ, ਰੰਗ ਦੇ ਨਾਂ ਤੇ, ਅਕਲ ਦੇ ਨਾਂ ਤੇ, ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ 'ਚ ਲਿਖੀਆਂ ਹੋਈਆਂ ਨੇ। ਪਰ ਜਦੋਂ ਅਸੀਂ ਉਹਦੇ 'ਚ ਅੱਗੇ ਜਾਂਦੇ ਆ ਤੇ ਉਹਦੇ 'ਚ ਕਿਹਾ ਜਾਂਦਾ ਕਿ ਜਾਤੀ ਆਧਾਰਿਤ ਜਿਹੜਾ ਆ ਰਿਜ਼ਰਵੇਸ਼ਨ ਆ। ਸੰਵਿਧਾਨ ਦੇ ਵਿੱਚ ਹੀ ਉਹ ਗੱਲ ਲਿਖੀ ਸੀ। ਉਦੋਂ ਦੇ ਜਿਹੜੇ ਮਹਾਂ ਲੋਕ ਸੀ, ਜਿਹੜੇ ਬਹੁਤ ਚੰਗੇ ਲੋਕ ਸੀ, ਜਿਨ੍ਹਾਂ ਨੇ ਇਹਦੀ ਰਚਨਾ ਕੀਤੀ ਸੀ, ਸਾਰੇ ਹਿੰਦੁਸਤਾਨ ਦੇ ਲਈ ਇੱਕ ਸੰਵਿਧਾਨ ਦਾ ਗਠਨ ਕੀਤਾ ਸੀ। 26 ਜਨਵਰੀ ਅਸੀਂ ਉਹਦੇ ਲਈ ਦਿਨ ਵੀ ਮਨਾਉਂਦੇ ਆ। ਪੜ੍ਹੇ ਲਿਖੇ ਲੋਕ ਸੀ, ਭੀਮ ਰਾਓ ਅੰਬੇਦਕਰ ਵਰਗੇ ਲੋਕ, ਤੇ ਹੋਰ ਬਹੁਤ ਸਾਰੇ ਨਾਮ ਆ ਉਹਦੇ 'ਚ। ਉਹਨਾਂ ਨੇ ਸਾਰੇ ਦੁਨੀਆ ਦੇ ਸੰਵਿਧਾਨਾਂ ਦੀ ਚਰਚਾ ਕਰਕੇ ਇਸ ਸੰਵਿਧਾਨ ਨੂੰ ਬਣਾਇਆ ਸੀ। ਤੇ ਬਹੁਤ ਸਾਰੇ ਲੋਕਾਂ ਨੇ ਉਦੋਂ ਮਹਿਸੂਸ ਕੀਤਾ ਸੀਗਾ ਕਿ ਇੱਥੇ ਜਿਹੜਾ ਜਾਤੀਗਤ ਢਾਂਚਾ ਆ ਉਹ ਜ਼ਿਆਦਾ ਮਜ਼ਬੂਤ ਆ, ਤੇ ਕੁਝ ਲੋਕ ਜਿਹੜੇ ਆ ਉਹਨਾਂ ਨੂੰ ਬਰਾਬਰ ਸਹੂਲਤਾਂ ਨਹੀਂ ਮਿਲਦੀਆਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ 10 ਸਾਲ ਲਈ ਸੰਵਿਧਾਨ ਦੇ ਵਿੱਚ ਇੱਕ ਸੋਧ ਕੀਤੀ ਸੀ ਕਿ 10 ਸਾਲ ਤੱਕ ਜਿਹੜੀ ਆ ਰਿਜ਼ਰਵੇਸ਼ਨ ਜਾਤੀ ਦਰ ਦਿੱਤੀ ਜਾਵੇ, ਉਸ ਤੋਂ ਬਾਅਦ ਉਹਨੂੰ ਖਤਮ ਕਰ ਦਿੱਤਾ ਜਾਵੇ। ਸਟਰੋਂਗਲੀ ਕਿਹਾ ਗਿਆ ਉਹਦੇ 'ਚ। ਪਰ ਫਿਰ ਉਸ ਤੋਂ ਬਾਅਦ ਸ਼ੁਰੂ ਹੋ ਗਈ ਵੋਟਾਂ ਦੀ ਖੇਲ, ਸੀਟਾਂ ਦੀ ਖੇਲ, ਲੋਕਾਂ ਨੂੰ ਵੰਡਣ ਦੀ ਖੇਲ, ਜਿਹੜੀ ਅਸੀਂ ਹੁਣ ਤੱਕ ਜਾਰੀ ਦੇਖਦੇ ਹਾਂ। 50 ਤੋਂ ਬਾਅਦ ਲੈ ਕੇ ਅਸੀਂ 2020 ਤੱਕ ਆ ਗਏ ਹਾਂ। 70 ਸਾਲ ਹੋ ਗਏ। ਕਿੰਨੀ ਵਾਰ ਇਲੈਕਸ਼ਨਸ ਹੋ ਗਈਆਂ, 15ਵੀਂ 16ਵੀਂ 17ਵੀਂ ਇਲੈਕਸ਼ਨਸ ਕਿੰਨੀ ਵਾਰ ਅਸੀਂ ਦੇਖੀਆਂ। ਵਿੱਚ ਮਿਡ ਟਰਮ ਵੀ ਹੋਈਆਂ, ਫੁੱਲ ਟਰਮ ਵੀ ਸਰਕਾਰਾਂ ਚੱਲੀਆਂ, ਸਰਕਾਰਾਂ ਰਿਪੀਟ ਵੀ ਹੋਈਆਂ। ਪਰ ਜਿਹੜੀ ਉਹ ਸੋਧ ਸੀ ਉਹ ਹਰ ਵਾਰ ਉਵੇਂ ਦੀ ਉਵੇਂ ਲਾਗੂ ਕਰ ਦਿੱਤੀ ਜਾਂਦੀ ਆ। ਤੇ ਸੁਪਰੀਮ ਕੋਰਟ ਨੇ ਕੱਲ ਮਹਾਰਾਸ਼ਟਰ ਸਰਕਾਰ ਨੇ ਇੱਕ ਕੇਸ ਕੀਤਾ ਹੋਇਆ ਸੁਪਰੀਮ ਕੋਰਟ ਦੇ ਵਿੱਚ ਕਿ ਜਿਹੜੀ 50% ਤੱਕ ਆਰਕਸ਼ਣ ਦੀ ਹੈਗੀ ਆ ਲਿਮਟ, ਉਹਦੇ ਤੇ ਪੁਨਰ ਵਿਚਾਰ ਕੀਤਾ ਜਾਵੇ। ਤੇ ਸੁਪਰੀਮ ਕੋਰਟ ਨੇ ਉਸ ਕੇਸ ਦੇ ਵਿੱਚ ਹੀ ਪੁੱਛਿਆ, ਆਮ ਸਾਰੇ ਦੇਸ਼ ਨੂੰ ਹੀ ਪੁੱਛਿਆ ਜਾਂ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਆਖਰ ਇਹ ਜਿਹੜਾ ਜਾਤੀ ਆਧਾਰਿਤ ਰਿਜ਼ਰਵੇਸ਼ਨ ਆ ਉਹ ਕਿੰਨੀ ਸਦੀਆਂ ਤੱਕ ਜਾਰੀ ਰਹੂਗਾ। ਵੱਡਾ ਸਵਾਲ ਹੈ, ਵੱਡਾ ਸਵਾਲ ਆ, ਵੱਡਾ ਤੰਜ਼ ਵੀ ਆ, ਵੱਡਾ ਕਮੈਂਟ ਵੀ ਆ। ਜੇ ਸਾਡੇ ਸ਼ਾਸਕ ਇਸ ਗੱਲ ਨੂੰ ਸੁਣਦੇ ਸਮਝਦੇ ਹੋਣ ਤੇ ਇੱਕ ਵੱਡਾ ਕਮੈਂਟ ਆ। ਮੈਂ ਪਰਸਨਲ ਆਪਣੀ ਓਪੀਨੀਅਨ ਜੇ ਦੱਸਾਂ ਤੇ ਮੈਂ ਰਿਜ਼ਰਵੇਸ਼ਨ ਦੇ ਖਿਲਾਫ ਨਹੀਂ ਹੈ, ਹੋਣੀ ਚਾਹੀਦੀ ਆ, ਪਰ ਉਹ ਮਿਲਣੀ ਕਿਹਨੂੰ ਚਾਹੀਦੀ ਹੈ। ਜਦੋਂ ਵੀ ਅਸੀਂ ਆਪਣੇ ਲੀਡਰਾਂ ਦੇ ਭਾਸ਼ਣ ਸੁਣਦੇ ਹਾਂ ਤੇ ਇਹ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਕਤਾਰ 'ਚ ਅਖੀਰ ਤੇ ਖੜੇ ਬੰਦੇ ਨੂੰ ਸਾਰੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ। ਕਹਿਣ ਦਾ ਮਤਲਬ ਇਹ ਆ ਕਿ ਜਿੰਨੀਆਂ ਵੀ ਸਰਕਾਰੀ ਸਹੂਲਤਾਂ ਆ ਉਹ ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਮਿਲਣੀਆਂ ਚਾਹੀਦੀਆਂ। ਫਿਰ ਉਹਦੇ ਵਿੱਚ ਜਾਤੀਗਤ ਭੇਦਭਾਵ ਨਹੀਂ ਹੋਣੇ ਚਾਹੀਦੇ।
ਮੈਂ ਇਹ ਵੀ ਨਹੀਂ ਕਹਿੰਦਾ ਕਿ ਕਿਸੇ ਵੀ ਜਾਤ ਦੇ ਨੂੰ ਨਾ ਮਿਲਣ, ਸਾਰਿਆਂ ਨੂੰ ਮਿਲਣੇ ਚਾਹੀਦੇ ਨੇ। ਜਿਹੜਾ ਵੀ ਲੋੜਵੰਦ ਆ ਉਹਨੂੰ ਉਹ ਜਿਹੜੀ ਸਹੂਲਤ ਆ ਉਹ ਮਿਲਣੀ ਚਾਹੀਦੀ ਹੈ। ਅਸੀਂ ਇਹਨਾਂ ਨੂੰ, ਸਰਕਾਰ ਨੂੰ ਇਹ ਸਲਾਹ ਨਹੀਂ ਦਿੰਦੇ ਕਿ ਤੁਸੀਂ ਕੀ ਕਰੋ, ਇਹ ਸਾਡੇ ਨਾਲੋਂ ਬਹੁਤ ਜ਼ਿਆਦਾ ਸਿਆਣੇ ਨੇ, ਪਰ ਇਹਨਾਂ ਦੀ ਸਿਆਣਪ ਜਿਹੜੀ ਆ ਉਹ ਸਾਰੀ ਦੀ ਸਾਰੀ ਸਿਆਣਪ ਦੀ ਇਹ ਵਰਤੋਂ ਕਿਸ ਕੰਮ ਲਈ ਕਰਦੇ ਨੇ ਕਿ ਵੋਟਾਂ ਕਿੱਦਾਂ ਲੈਣੀਆਂ। ਜੇ ਇਹ ਇਸ ਸਿਆਣਪ ਦੀ ਵਰਤੋਂ ਇਸ ਗੱਲ ਲਈ ਕਰਨ ਕਿ ਅਸੀਂ ਆਮ ਲੋਕਾਂ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦਾ ਜਿਹੜਾ ਪੱਧਰ ਆ ਉੱਪਰ ਕਿੱਦਾਂ ਚੁੱਕਣਾ, ਜ਼ਿੰਦਗੀ ਦੇ ਵਿੱਚ ਆਪਣੀ ਇੱਕ ਸ਼ਾਸਨ ਕਾਲ ਦੇ ਦੌਰਾਨ, ਆਪਣੇ 5 ਸਾਲਾਂ ਦੇ ਦੌਰਾਨ ਅਸੀਂ ਹਰ ਬੰਦੇ ਨੂੰ, ਹਰ 8-10 ਸਾਲ ਤੱਕ ਦੇ ਬੱਚੇ ਨੂੰ ਸਿੱਖਿਆ 'ਚ ਕਿੱਦਾਂ ਲੈ ਕੇ ਆਉਣਾ, ਅਸੀਂ ਹਰ ਗਰੀਬ ਤੱਕ ਸਹੂਲਤਾਂ ਜਿਹੜੀਆਂ ਸਿਹਤ ਨਾਲ ਜੁੜੀਆਂ ਹੋਈਆਂ ਉਹ ਕਿੱਦਾਂ ਪਹੁੰਚਾਉਣੀਆਂ। ਜੇ ਇਹ ਗੱਲ ਫਾਈਨਲ ਕਰ ਲੈਣ ਆਪਣੇ ਦਿਮਾਗ ਦੇ ਵਿੱਚ, ਫਿਰ ਮੈਨੂੰ ਲੱਗਦਾ ਸਿਆਸਤ ਪੂਰੀ ਤਰ੍ਹਾਂ ਖਤਮ ਹੋ ਜਾਏਗੀ। ਇਹ ਸਿਆਸਤ ਦੀ ਖੇਡ ਹੀ ਤਾਂ ਖੇਡਦੇ ਨੇ, ਕਿਉਂਕਿ ਇੱਕ ਸਰਕਾਰ ਕਹਿ ਦਿੰਦੀ ਕਿ ਅਸੀਂ ਆਵਾਂਗੇ ਤੇ ਆ ਮੈਨੀਫੈਸਟੋ ਆ ਸਹੂਲਤਾਂ ਦੇਵਾਂਗੇ, ਠੀਕ ਹੈ, ਲੋਕ ਉਹਨੂੰ ਵੋਟ ਪਾ ਦਿੰਦੇ, 5 ਸਾਲ ਉਹਨੂੰ ਦੇਖਦੇ ਨੇ, ਫਿਰ ਦੂਜੀ ਸਰਕਾਰ ਨੂੰ ਮੌਕਾ ਦਿੰਦੇ ਨੇ, ਉਹ ਨਵੇਂ ਸੁਪਨੇ ਵੀ ਵਿਖਾ ਦਿੰਦੀ ਹੈ। ਜੇ ਇੱਕ ਸਰਕਾਰ ਚੰਗਾ ਕੰਮ ਕਰਦੇ ਤੇ ਮੈਨੂੰ ਲੱਗਦਾ ਨਹੀਂ ਫਿਰ ਕਿਸੇ ਹੋਰ ਚੀਜ਼ ਦੀ ਲੋੜ ਰਹਿ ਜਾਂਦੀ। ਨਹੀਂ, ਇਦਾਂ ਨਹੀਂ ਹੈਗਾ। ਸਿਤਾਰੋਂ ਸੇ ਜਹਾਂ ਆਗੇ ਬਹੁਤ ਹੈ, ਬਹੁਤ ਕੁਛ ਆ ਜਿਹੜਾ ਹਲੇ ਸਰਕਾਰਾਂ ਨੇ ਕਰਨਾ ਹੈ। ਹਲੇ ਤਾਂ ਅਸੀਂ ਗਲੀਆਂ ਨਾਲੀਆਂ ਸੜਕਾਂ ਤੱਕ ਉਲਝੇ ਹੋਏ ਹਾਂ, ਸਕੂਲ ਹਸਪਤਾਲਾਂ ਤੱਕ ਉਲਝੇ ਹੋਏ ਹਾਂ। ਜੇ ਅਸੀਂ ਬੇਸਿਕ ਸਹੂਲਤਾਂ ਪੂਰੀਆਂ ਕਰ ਲਈਏ, ਚੰਗੇ ਸਮਾਜ ਦੀ ਸਿਰਜਣਾ ਕਰ ਲਈਏ, ਫਿਰ ਅਸੀਂ ਯੂਰਪ ਵਰਗੇ ਜਿਹੜੇ ਛੋਟੇ ਪਰ ਵਿਕਸਿਤ ਦੇਸ਼ ਨੇ, ਉੱਥੇ ਜਦੋਂ ਅਸੀਂ ਜਾ ਕੇ ਦੇਖਦੇ ਹਾਂ, ਜਦੋਂ ਅਸੀਂ ਉਹਨਾਂ ਦੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਉਹਨਾਂ ਦੀ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਉੱਥੇ ਸੈਂਕੜੇ ਸਾਲ ਪੁਰਾਣੇ ਕਾਨੂੰਨ ਸਿਰਫ 1 ਮਿੰਟ ਦੀ ਲੋੜ ਨਾਲ ਬਦਲ ਦਿੱਤੇ ਜਾਂਦੇ ਨੇ, ਫਿਰ ਉੱਥੇ ਪਤਾ ਲੱਗਦਾ ਕਿ ਜਿਹੜਾ ਤੁਹਾਡੀ ਵਿਚਾਰਕ ਆਜ਼ਾਦੀ ਆ ਤੇ ਉਹ ਕਿੱਥੇ ਆ, ਤੇ ਸਾਡੇ ਲਈ ਇੱਥੇ ਹਾਲੇ ਤੱਕ ਸਿਹਤ ਸਹੂਲਤਾਂ ਤੇ ਜਿਹੜੀਆਂ ਪੜ੍ਹਾਈ ਲਿਖਾਈ ਤੇ 2 ਟਾਈਮ ਦੀ ਰੋਟੀ ਦਾ ਜੁਗਾੜ, ਪੀਣ ਵਾਲਾ ਪਾਣੀ ਤੇ ਜਿਹੜੇ ਹਾਲੇ ਤੱਕ ਸਾਨੂੰ ਮਲ ਵਿਸਰਜਿਤ ਕਰਨ ਵਰਗੀਆਂ ਹਾਲੇ ਸਹੂਲਤਾਂ ਤੱਕ ਅਸੀਂ ਫਸੇ ਹੋਏ ਹਾਂ। ਸਾਨੂੰ ਹਾਲੇ ਤੱਕ ਵਿਸ਼ਵ ਗੁਰੂ ਬਣਨ ਦੇ ਸੁਪਨੇ ਦੇਖਣ ਦੀ ਲੋੜ ਨਹੀਂ ਹੈ, ਹਾਲੇ ਹੋਰ ਬਹੁਤ ਕੁਝ ਹੈ ਜਿਹੜਾ ਕੀਤਾ ਜਾਣਾ। ਤੇ ਇਸ ਵੇਲੇ ਇਸ ਪ੍ਰੋਗਰਾਮ 'ਚ ਅਗਲੇ ਮੁੱਦੇ ਵੱਲ ਅਸੀਂ ਆਉਂਦੇ ਹਾਂ, ਪਰ ਇਸ ਵੇਲੇ ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਆਖਰੀ ਹਿੱਸੇ 'ਚ ਪਹੁੰਚ ਗਏ ਹਾਂ, ਗੱਲਾਂ ਕਰਦੇ ਵਿਸਥਾਰ ਲੈਂਦੇ ਤੇ ਹੁਣ ਬੰਗਾਲ ਚੋਣਾਂ ਦਾ ਮਾਹੌਲ ਇਸ ਵੇਲੇ ਕੀ ਕਹਿ ਰਿਹਾ ਹੈ? ਦੇਖੋ ਜੀ, ਕੱਲੇ ਬੰਗਾਲ ਦੇ ਵਿੱਚ ਚੋਣਾਂ ਜਿਹੜੀਆਂ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਹੋ ਗਈਆਂ ਜੀ। ਉਹਦੀ ਵਜ੍ਹਾ ਬੰਗਾਲ ਦੀ ਜਿਹੜੀਆਂ ਦੋਨੋਂ ਪਾਰਟੀਆਂ ਆ ਉਹਨਾਂ ਦਾ ਜਿਹੜਾ ਤਕਰਾਰ ਆ ਉਹ ਕਾਫੀ ਸਮੇਂ ਤੋਂ ਜਿਹੜਾ ਆ ਉਹ ਜੱਗ ਜ਼ਾਹਰ ਆ, ਮਮਤਾ ਬੈਨਰਜੀ ਦਾ ਤੇ ਬੀਜੇਪੀ ਦਾ। ਵੈਸੇ ਮਮਤਾ ਬੈਨਰਜੀ ਦਾ ਜਿਹੜਾ ਤਕਰਾਰ ਸੀ ਉਹ ਕਾਂਗਰਸ ਪਾਰਟੀ ਨਾਲ ਵੀ ਇੰਨਾ ਹੀ ਸੀ, ਤੇ ਉਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਬੰਗਾਲ ਦੀ ਉਹਦੇ ਵਿੱਚ ਰਾਜਨੀਤੀ ਦੇ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਉਦੋਂ ਉਹਨਾਂ ਦਾ ਵਾਮਪੰਥੀ ਜਿਹੜੇ ਖੱਬੇ ਪੱਖੀ ਸੀ, ਜਿਹੜੇ ਕਮਿਊਨਿਸਟ ਸੀ, ਉਹਨਾਂ ਨਾਲ ਵੀ ਤਕਰਾਰ ਉਹਨਾਂ ਦਾ ਇੰਨਾ ਹੀ ਸੀ। ਤੇ ਜਿਹੜੀਆਂ ਚੋਣਾਂ ਨੇ ਉਹ ਬੰਗਾਲ ਦੇ ਨਾਲ ਤਾਮਿਲਨਾਡੂ, ਕੇਰਲਾ, ਪੁਡੂਚੇਰੀ ਤੇ ਅਸਾਮ ਦੇ ਵਿੱਚ ਵੀ ਨਾਲ ਛਾਈਆਂ ਹੋਈਆਂ ਨੇ। ਬੰਗਾਲ ਦਾ ਜਿੱਦਾਂ ਆਪਾਂ ਦੱਸਿਆ ਕਿ ਕਿਸਾਨ ਅੰਦੋਲਨ ਦਾ ਅਸਰ ਪਰਮਿੰਦਰ ਜੀ ਇਸ ਵਾਰ ਇਹਨਾਂ 5 ਸਟੇਟਾਂ ਤੇ ਪੈਣਾ ਲਾਜ਼ਮੀ ਆ, ਕਿਤੇ ਥੋੜਾ ਵੱਧ ਸਕਦਾ ਤੇ ਕਿਤੇ ਥੋੜਾ ਘਟ ਸਕਦਾ। ਬੀਜੇਪੀ ਇਹਨਾਂ 5 ਸਟੇਟਾਂ ਦੇ ਵਿੱਚ ਸਿਰਫ ਔਰ ਸਿਰਫ ਇੱਥੇ ਅਸਾਮ ਦੇ ਵਿੱਚ ਪਾਵਰ 'ਚ ਆ, ਤਾਮਿਲਨਾਡੂ ਦੇ ਵਿੱਚ ਉਹ ਸਹਿਭਾਗੀ ਆ, ਜਿਹੜੀ ਜੈ ਲਲਿਤਾ ਵਾਲੀ ਪਾਰਟੀ ਆ ਉਹਦੇ ਨਾਲ ਸ਼ਾਇਦ, ਤੇ ਤਾਮਿਲਨਾਡੂ ਦੀ ਜਿਹੜੀ ਸਿਆਸਤ ਆ ਉਹ ਇਦਾਂ ਚੱਲਦੀ ਆ ਕਿ ਇੱਕ ਵਾਰ ਉਹ ਸਰਕਾਰ ਤੇ ਦੂਜੀ ਵਾਰ ਉਹ ਸਰਕਾਰ, DMK ਤੇ AIDMK। ਇਸ ਤੋਂ ਪਹਿਲਾਂ ਕੇਰਲਾ 'ਚ ਵੀ ਇਦਾਂ ਹੀ ਹੁੰਦਾ ਰਿਹਾ, ਕਦੀ ਕਾਂਗਰਸ ਹੁੰਦੀ ਆ ਤੇ ਕਦੀ ਵਾਮਪੰਥੀ ਹੁੰਦੇ। ਇਸ ਵਾਰ ਬੀਜੇਪੀ ਉੱਥੇ ਜ਼ੋਰ ਜ਼ਰੂਰ ਲਾ ਰਹੀ ਆ, ਪਰ ਹਾਲੇ ਉਹਨਾਂ ਦਾ ਜਿਹੜਾ ਜ਼ੋਰ ਆ ਉੱਥੇ ਉਹਨਾਂ ਕਾਮਯਾਬ ਨਜ਼ਰ ਨਹੀਂ ਆਉਂਦਾ। ਹਾਲਾਂਕਿ ਉਹਨਾਂ ਨੇ ਬਹੁਤ ਹੀ ਹਿੰਦੁਸਤਾਨ ਦੀ ਬਹੁਤ ਮਸ਼ਹੂਰ ਹਸਤੀ ਮਿਸਟਰ ਸ਼੍ਰੀਧਰਨ, ਮੈਟਰੋਮੈਨ ਜਿਹਨਾਂ ਨੂੰ ਕਹਿੰਦੇ ਸੀ, ਉਹਨਾਂ ਨੂੰ ਉੱਥੇ ਚੋਣਾਂ 'ਚ ਉਤਾਰਿਆ ਜ਼ਰੂਰ ਆ, ਪਰ ਕਿਉਂਕਿ ਉਹ ਬਹੁਤ ਸਿਆਣੇ ਬੰਦੇ ਨੇ, ਬਹੁਤ ਸੂਝਵਾਨ ਨੇ, ਤੇ ਹਾਲੇ ਰਾਜਨੀਤੀ ਦੇ ਵਿੱਚ ਉਹਨੇ ਪ੍ਰਗਾੜ ਨਹੀਂ ਹੋਏ। ਇਸ ਕਰਕੇ ਕੱਲ ਉਹਨਾਂ ਨੇ ਕਿਹਾ ਕਿ ਮੈਂ ਬੀਜੇਪੀ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੈਗਾ, ਤੇ ਉਹ ਫਿਰ ਉਹਨਾਂ ਨੂੰ ਹਾਲੇ ਤੁਸੀਂ ਕੱਚੇ ਸਿਆਸਤਦਾਨ ਕਹਿ ਸਕਦੇ ਆ, ਹਾਲਾਂਕਿ ਉਹ ਬਹੁਤ ਪੱਕੇ ਨੇ ਆਪਣੇ ਕੰਮ ਦੇ, ਆਪਣੇ ਧੁਨ ਦੇ ਤੇ ਆਪਣੀ ਲਗਨ ਦੇ। ਤੇ ਉਸ ਦੇ ਨਾਲ ਹੀ ਪੁਡੂਚੇਰੀ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਉੱਥੇ ਵੀ ਅਸੀਂ ਦੇਖਿਆ ਕਿ ਉਹ ਜਿਹੜਾ ਉੱਥੇ ਸਰਕਾਰ ਸੀਗੀ ਉਹਨੂੰ ਡੇਗ ਕੇ ਉੱਥੇ ਫਿਰ ਇਲੈਕਸ਼ਨਸ ਜਿਹੜੀਆਂ ਹੋ ਰਹੀਆਂ ਆ ਉਹਨਾਂ ਦਾ ਵੀ ਬੜਾ ਰੌਲਾ ਆ। ਅਸਾਮ ਦੇ ਵਿੱਚ ਜਿੱਦਾਂ ਅਸੀਂ ਦੱਸਿਆ ਕਿ ਬੀਜੇਪੀ ਕੋਲ ਸਰਕਾਰ ਹੈਗੀ ਆ ਤੇ ਉੱਥੇ ਉਹ ਫਿਰ ਤੋਂ ਸਰਕਾਰ ਬਣਾਉਣ ਦੇ ਯਤਨਾਂ 'ਚ ਨੇ, ਪਰ ਅਸੀਂ ਪ੍ਰੋਗਰਾਮ ਦੇ ਵਿੱਚ ਹੁਣੀ ਗੱਲ ਕਰਕੇ ਹਟੇ ਹਾਂ, CAA ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਬੀਜੇਪੀ ਨੇ ਬਣਾਇਆ ਸੀ, ਉਹਦਾ ਸਭ ਤੋਂ ਜ਼ਿਆਦਾ ਅਸਰ ਅਸਾਮ 'ਚ ਹੀ ਸੀ। ਤੇ ਉੱਥੇ ਵੀ ਜਿਹੜੇ ਇਸ ਵਾਰ ਚੋਣ ਲਈ ਉਹਨਾਂ ਨੂੰ ਬਹੁਤ ਜਦੋਜਹਿਦ ਕਰਨੀ ਪਈ ਆ, ਜਿਨ੍ਹਾਂ ਨਾਲ, ਜਿਸ ਪਾਰਟੀ ਨਾਲ ਗੱਠਜੋੜ ਸੀਗਾ ਬੀਜੇਪੀ ਦਾ, ਉਹ ਗੱਠਜੋੜ ਟੁੱਟ ਗਿਆ। ਉਸ ਪਾਰਟੀ ਦਾ ਗੱਠਜੋੜ ਦੁਬਾਰਾ ਤੋਂ ਕਾਂਗਰਸ ਨਾਲ ਆ, ਤੇ ਉੱਥੇ ਵੀ ਜਿਹੜੀਆਂ ਸਮੀਕਰਨਾਂ ਆ ਉਹ ਬਦਲਦੀਆਂ ਹੋਈਆਂ ਨਜ਼ਰ ਆਉਂਦੀਆਂ।
ਬੰਗਾਲ ਦੇ ਵਿੱਚ ਦੀ ਜਦੋਂ ਤੁਸੀਂ ਗੱਲ ਕੀਤੀ ਆ ਤੇ ਬੰਗਾਲ ਦੇ ਵਿੱਚ ਦੋਨੋਂ ਹੀ ਧਿਰਾਂ ਜਿਹੜੀਆਂ ਆ ਉਹ ਇਲੈਕਸ਼ਨ ਕਮਿਸ਼ਨ ਦੇ ਬੂਹੇ ਤੇ ਦਰਵਾਜ਼ਾ ਖੜਕਾ ਰਹੀਆਂ ਆ। ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਦੀ ਪਾਰਟੀ TMC ਜਿਹੜੀ ਆ ਉਹ ਕਹਿ ਰਹੀ ਆ ਕਿ ਕੇਂਦਰ ਇੱਥੇ ਜ਼ਿਆਦਾ ਦਖਲਅੰਦਾਜ਼ੀ ਕਰ ਰਿਹਾ ਤੇ ਲੋਕਲ ਜਿਹੜੀ ਪੁਲਿਸ ਆ ਉਹਨੂੰ ਚੋਣਾਂ ਤੋਂ ਦੂਰ ਰੱਖਿਆ ਜਾ ਰਿਹਾ। ਤੇ ਕੇਂਦਰ ਜਿਹੜੀ BJP ਆ ਉਹਦਾ ਕਹਿਣਾ ਆ ਕਿ ਜਿਹੜੀ ਮਮਤਾ ਬੈਨਰਜੀ ਸਰਕਾਰ ਆ ਬੰਗਾਲ ਦੀ ਉਹ ਉੱਥੇ ਜ਼ਿਆਦਾ ਦਖਲਅੰਦਾਜ਼ੀ ਕਰ ਰਹੀ ਆ ਤੇ ਸੈਂਟਰਲ ਫੋਰਸਸ ਉੱਥੇ ਹੋਣੀਆਂ ਚਾਹੀਦੀਆਂ। ਤੇ ਜਦੋਂ ਦੇਸ਼ ਦੀ ਚੋਣ ਹੋ ਜਾਂਦੀ ਆ ਪ੍ਰਧਾਨ ਮੰਤਰੀ ਸਹੁੰ ਚੁੱਕਦੇ ਨੇ ਤੇ ਬਾਅਦ ਵਿੱਚ ਉਹ ਇਸੇ ਬਿਆਨ ਤੋਂ ਸ਼ੁਰੂਆਤ ਕਰਦੇ ਨੇ ਕਿ ਚੋਣਾਂ ਤੋਂ ਪਹਿਲਾਂ ਮੈਂ ਪਾਰਟੀ ਦਾ ਲੀਡਰ ਸੀ, ਹੁਣ ਮੈਂ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹਾਂ। ਪਰ ਜਦੋਂ ਵੀ ਕਿਤੇ ਚੋਣਾਂ ਹੋ ਰਹੀਆਂ ਨੇ, ਹੁਣ ਦੇਸ਼ ਦੀਆਂ ਚੋਣਾਂ ਨਹੀਂ ਹੈਗੀਆਂ, ਸਟੇਟ ਦੀਆਂ ਚੋਣਾਂ ਹੈ, ਪਰ ਦੇਸ਼ ਦੀਆਂ ਬਾਕੀ ਏਜੰਸੀਆਂ ਉੱਥੇ ਕੀ ਕਰਦੀਆਂ ਨੇ, ਕਿਵੇਂ ਆਪਣਾ ਦਾਰੋਮਦਾਰ ਫੈਲਾਉਂਦੀਆਂ ਨੇ, ਕਿਵੇਂ ਸਰਕਾਰ ਉਹਨਾਂ ਏਜੰਸੀਆਂ ਦੀ ਵਰਤੋਂ ਕਰਦੀ ਆ, ਉਹਨਾਂ ਚੀਜ਼ਾਂ ਨੂੰ ਲੈ ਕੇ ਫਿਰ ਜਿਹੜੇ ਸੈਂਟਰ ਸਟੇਟ ਰਿਲੇਸ਼ਨਸ ਆ ਜਾਂ ਦੋ ਪਾਰਟੀਆਂ ਦਾ ਜਿਹੜਾ ਯੁੱਧ ਆ ਉਹ ਕਦੇ ਨਾ ਕਿਤੇ ਸਟੇਟ ਵਰਸਸ ਸੈਂਟਰ ਵੀ ਹੋ ਜਾਂਦਾ। ਇਸੇ ਕਰਕੇ ਜਿਹੜੀ ਮਮਤਾ ਬੈਨਰਜੀ ਆ ਜਿਹੜੀ ਉਹਦੀ ਪਾਰਟੀ ਆ ਉਹ ਕੁਝ ਹੋਰ ਕਹਿ ਰਹੀ ਆ ਤੇ ਜਿਹੜੀ BJP ਆ ਉਹ ਕੁਝ ਹੋਰ ਕਹਿ ਰਹੀ ਆ। ਵਾਮਪੰਥੀ ਤੇ ਕਾਂਗਰਸ ਹਾਲਾਂਕਿ ਉੱਥੇ ਆਪਣਾ ਜ਼ੋਰ ਲਾ ਰਹੇ ਆ ਪਰ ਉਹ ਹਾਸ਼ੀਏ ਤੇ ਨੇ। ਤੇ ਉੱਥੇ ਇੱਕ ਹੋਰ ਜਿਹੜੀ ਮਜ਼ੇਦਾਰ ਖਬਰ ਕਹਿ ਲਈਏ ਉਹ BJP ਦੇ ਨਜ਼ਰੀਏ ਤੋਂ ਜਾਂ ਹੈਰਾਨ ਕਰਨ ਵਾਲੀ ਖਬਰ ਪਰਮਿੰਦਰ ਜੀ ਇਹ ਆ ਕਿ 2 MLAs ਦੇ ਕੈਂਡੀਡੇਟ ਜਿਨ੍ਹਾਂ ਨੂੰ BJP ਨੇ ਟਿਕਟ ਦਿੱਤੀ ਸੀ ਉਹਨਾਂ ਨੇ ਇਲੈਕਸ਼ਨ ਨੂੰ BJP ਦੇ ਨਿਸ਼ਾਨ ਤੋਂ ਲੜਨ ਤੋਂ ਮਨਾ ਕਰ ਦਿੱਤਾ। ਇਸ ਵੇਲੇ ਜਦੋਂ ਅਸੀਂ ਕਹਿੰਦੇ ਹਾਂ ਕਿ ਮੋਦੀ ਦਾ ਪ੍ਰਭੁਤਵ ਆ ਸਾਰੇ ਹਿੰਦੁਸਤਾਨ ਦੇ ਵਿੱਚ ਛਾਏ ਹੋਏ ਨੇ ਤੇ ਹਰ ਜਗ੍ਹਾ ਤੇ ਲੋਕ ਉਹਨਾਂ ਦੀ ਟਿਕਟ ਦੀ ਮੰਗ ਕਰਦੇ ਨੇ ਤੇ ਬੰਗਾਲ ਦੇ ਵਿੱਚ ਜਦੋਂ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਬੰਗਾਲ ਮੇਂ ਕਮਲ ਖਿਲੇਗਾ ਤੇ ਮਮਤਾ ਦਾ ਜਾਦੂ ਜਿਹੜਾ ਉਹ ਖਤਮ ਹੋ ਜਾਏਗਾ, ਵਿਕਾਸ ਆਵੇਗਾ ਇੱਥੇ ਪੂਰੀ ਦੁਨੀਆ 'ਚ, ਪੂਰੇ ਹਿੰਦੁਸਤਾਨ 'ਚ ਤੇ ਆ ਗਿਆ, ਬੰਗਾਲ 'ਚ ਹੀ ਆਉਣਾ ਬਾਕੀ ਆ। ਉੱਥੋਂ ਹੀ 2 MLAs ਦਾ ਉਹਨਾਂ ਦੀ ਚੋਣ ਨਿਸ਼ਾਨ ਤੋਂ ਚੋਣ ਲੜਨੋਂ ਨਾ ਕਰ ਦੇਣਾ ਵੀ ਜਿਹੜਾ ਇੱਕ ਅੱਜ ਦੀ ਅਹਿਮ ਖਬਰ ਆ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਸਾਡੇ ਸਾਹਮਣੇ ਲੈ ਕੇ ਆਵੇਗੀ। ਤੇ ਬੰਗਾਲ ਚੋਣਾਂ ਦੀ ਤਾਂ ਆਪਾਂ ਗੱਲ ਕਰ ਲਈ ਤੇ ਹੁਣ CBI ਛਾਪੇ ਫਿਰ ਤੋਂ ਮਾਰ ਰਹੀ ਹੈ ਤੇ ਇਹਦੀ ਟਾਈਮਿੰਗ ਤੇ ਸਵਾਲ ਉੱਠ ਰਹੇ ਨੇ, ਕਿਉਂ? ਮੈਨੂੰ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। CBI ਦੇ ਛਾਪੇ ਪੂਰੇ ਹਿੰਦੁਸਤਾਨ ਦੇ ਵਿੱਚ ਹੋਏ ਨੇ ਬੀਤੇ ਦਿਨੀ, ਪਰ ਉਹ ਸਿਰਫ ਔਰ ਸਿਰਫ ਸਰਕਾਰੀ ਅਫਸਰਾਂ ਦੇ ਉੱਤੇ ਜਾਂ ਸਰਕਾਰੀ ਮਹਿਕਮਿਆਂ ਤੇ ਨੇ, ਚਾਹੇ ਉਹ BSNL ਹੈ, ਚਾਹੇ ਉਹ FCI ਆ, ਚਾਹੇ ਉਹ ਕੁਝ ਹੋਰ ਸਰਕਾਰੀ ਦਫ਼ਤਰ ਨੇ। ਪੰਜਾਬ ਦੇ ਵਿੱਚ ਫਿਰੋਜ਼ਪੁਰ 'ਚ ਵੀ ਸ਼ਾਇਦ ਉਹ ਛਾਪੇਮਾਰੀ ਹੋਈ ਆ, ਸਾਰੇ ਦੇਸ਼ ਦੇ ਵਿੱਚ ਹੋਈ ਆ ਤੇ CBI ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗੀ ਤੇ ਇਹ ਰੈਗੂਲਰ ਸ਼ਿਕਾਇਤਾਂ ਦੇ ਆਧਾਰ ਤੇ ਆ, ਇੰਨੀ ਵੱਡੀ ਪੱਧਰ ਤੇ ਆ, ਇਹ ਵੀ ਇੱਕ ਵੱਖਰੀ ਗੱਲ ਆ। ਤੇ ਪਹਿਲਾਂ ਵੀ ਵੱਖਰੇ ਟਾਈਮ ਤੇ ਛਾਪੇਮਾਰੀ ਹੁੰਦੀ ਰਹਿੰਦੀ ਆ। ਮੈਨੂੰ ਪਰਸਨਲ ਤੌਰ ਤੇ ਇਹਦੀ ਟਾਈਮਿੰਗ ਤੇ ਤੁਹਾਡੀ ਗੱਲ ਠੀਕ ਆ, ਪਰ ਇਹਨੂੰ ਇਲੈਕਸ਼ਨ ਨਾਲ ਅਸੀਂ ਜੋੜ ਕੇ ਨਾ ਦੇਖੀਏ ਤੇ ਚੰਗਾ ਰਹੇਗਾ। ਪਰ ਇਹ ਜਿਹੜੀਆਂ ਏਜੰਸੀਆਂ ਆ, ਇਹ ਜਿਹੜੀਆਂ ਸੰਸਥਾਵਾਂ ਆ, ਇਹਨਾਂ ਦਾ ਕੰਮ ਹੀ ਹੈ ਬੇਨਿਯਮੀਆਂ ਨੂੰ ਫੜਨਾ ਤੇ ਇਹ ਰੈਗੂਲਰ ਤੌਰ ਤੇ ਇਹ ਕੰਮ ਹੁੰਦੇ ਰਹਿਣੇ ਚਾਹੀਦੇ ਨੇ। ਪਰ ਤੁਸੀਂ ਇਸ ਗੱਲ ਨਾਲ ਵੀ ਸਹਿਮਤ ਹੋਵੋਗੇ ਮੇਰੇ ਨਾਲ ਤੇ ਦਰਸ਼ਕ ਵੀ ਸਾਡੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਸਿਰਫ ਜਿਹੜੀ ਛਾਪੇਮਾਰੀ ਆ ਉਹ ਹੀ ਵੱਡੀ ਗੱਲ ਨਹੀਂ ਹੈ, ਚੋਰ ਨੂੰ ਫੜਨਾ ਵੱਡੀ ਗੱਲ ਨਹੀਂ ਹੈਗੀ। ਗੱਲ ਤਾਂ ਇਹ ਆ ਕਿ ਅਸੀਂ ਕਿਹੋ ਜਿਹੇ ਸਮਾਜ ਦੀ, ਇਹੋ ਜਿਹੇ ਤੰਤਰ ਦੀ ਰਚਨਾ ਨਹੀਂ ਕਰ ਸਕੇ ਜਿੱਥੇ ਇਹੋ ਜਿਹੀਆਂ ਚੀਜ਼ਾਂ ਹੋਣ ਹੀ ਨਾ। ਤੇ ਸਾਡੇ ਜਿਹੜੇ ਬੁੱਧੀਜੀਵੀ ਲੋਕ ਨੇ ਜਾਂ ਜਿਹੜੇ ਚਿੰਤਕ ਨੇ ਉਹ ਇਸ ਗੱਲ ਨਾਲ ਸਹਿਮਤੀ ਰੱਖਦੇ ਨੇ ਕਿ ਸਾਨੂੰ ਇਹੋ ਜਿਹਾ ਸਿਸਟਮ ਬਣਾਉਣਾ ਚਾਹੀਦਾ ਜਿੱਥੇ ਹਰ ਅਫਸਰ ਦੀ ਜਵਾਬਦੇਹੀ ਤੈਅ ਹੋਵੇ, ਹਰ ਡਿਪਾਰਟਮੈਂਟ ਦੇ ਵਿੱਚ ਇੱਕ ਸਿਸਟਮ ਦੇ ਨਾਲ ਕੰਮ ਹੋਵੇ ਤੇ ਇਹੋ ਜਿਹੀਆਂ ਬੇਨਿਯਮੀਆਂ ਹੋਣ ਹੀ ਨਾ, ਚਾਹੇ ਉਹ FCI ਆ, ਚਾਹੇ ਉਹ BSNL ਆ, ਚਾਹੇ ਕੁਝ ਹੋਰ ਆ। ਇਹਦੇ 'ਚ ਇਹ ਕਿਤੇ ਨਾ ਕਿਤੇ ਜ਼ਰੂਰ ਹੋ ਸਕਦਾ ਕਿ ਸਰਕਾਰ ਇਹਨਾਂ ਬੇਨਿਯਮੀਆਂ ਨੂੰ ਸਾਹਮਣੇ ਰੱਖ ਕੇ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਰੌਲਾ ਆ ਉਹਨੂੰ ਹੋਰ ਤੇਜ਼ੀ ਨਾਲ ਵਧਾਵੇ। ਤੇ ਸ਼ਰਮਾ ਜੀ ਅਗਲੇ ਮੁੱਦੇ ਵੱਲ ਆਈਏ ਤੇ ਅਮਰੀਕਾ ਦੇ ਰੱਖਿਆ ਮੰਤਰੀ ਭਾਰਤ ਫੇਰੀ ਤੇ ਨੇ ਜੀ, ਉਹਨਾਂ ਦੀ ਫੇਰੀ ਨੂੰ ਕਿੱਦਾਂ ਵੇਖਦੇ ਹੋ ਤੁਸੀਂ? ਦੇਖੋ ਜੀ, ਜਦੋਂ ਵੀ ਕੋਈ ਵੱਡੇ ਦੇਸ਼ ਤੋਂ ਕੋਈ ਪ੍ਰਤੀਨਿਧੀ ਜਾਂ ਕੋਈ ਮੰਤਰੀ ਤੇ ਵਿਦੇਸ਼ ਮੰਤਰੀ ਜਦੋਂ ਸਾਡੇ ਦੇਸ਼ ਦੇ ਵਿੱਚ ਆਉਂਦੇ ਨੇ ਤੇ ਉਹਦਾ ਦੋਨਾਂ ਦੇਸ਼ਾਂ ਦੀ ਜਿਹੜੀ ਸਾਂਝ ਆ, ਜਿਹੜੀ ਉਹਨਾਂ ਦੇ ਆਪਸ ਤੇ ਰਿਸ਼ਤੇ ਆ, ਉਹਨਾਂ ਨੂੰ ਦੇਖਿਆ ਜਾਂਦਾ ਤੇ ਇਸ ਦੇ ਨਾਲ ਉਸ ਦੇਸ਼ ਦੇ ਬਾਕੀ ਦੇਸ਼ਾਂ ਨਾਲ ਰਿਸ਼ਤੇ ਤੇ ਉਹਨਾਂ ਤੇ ਸਾਡੇ ਪੈਂਦੇ ਪ੍ਰਭਾਵ ਨੂੰ ਵੀ ਦੇਖਿਆ ਜਾਂਦਾ। ਅਮਰੀਕਾ ਦੇ ਵਿੱਚ ਨਵੀਂ ਸਰਕਾਰ ਬਣੀ ਆ, ਜੋ ਬਾਈਡਨ ਬਹੁਤ ਉਮਰਦਰਾਜ਼ ਲੀਡਰ ਨੇ, ਜਿਹੜੇ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਬਣੇ ਨੇ ਅਮਰੀਕਾ 'ਚ। ਤੇ ਲੋਇਡ ਆਸਟਿਨ ਉਹਨਾਂ ਦਾ ਨਾਮ ਹੈ, ਜਿਹੜੇ ਵਿਦੇਸ਼ ਮੰਤਰੀ ਭਾਰਤੀ ਦੌਰੇ ਤੇ ਆਏ ਨੇ, ਰੱਖਿਆ ਮੰਤਰੀ ਨੇ। ਤੇ ਅਮਰੀਕਾ ਦੇ ਵਿੱਚ ਮਿਨਿਸਟਰਾਂ ਦੀ ਗਿਣਤੀ ਬਹੁਤ ਥੋੜੀ ਆ। ਰੱਖਿਆ ਮੰਤਰੀ ਲੋਇਡ ਆਸਟਿਨ ਜਿਹੜੇ ਇੱਥੇ ਆਏ ਨੇ ਉਹ 3 ਦੇਸ਼ੀ ਦੌਰੇ ਤੇ ਸੀ, ਪਹਿਲਾਂ ਜਾਪਾਨ ਸੀ, ਫਿਰ ਉਹ ਕੋਰੀਆ ਸੀ ਤੇ ਹੁਣ ਉਹ ਇੰਡੀਆ ਆਏ ਨੇ। ਥੋੜੇ ਕੁ ਦਿਨ ਹੀ ਪਹਿਲਾਂ, ਮੇਰੇ ਖਿਆਲ ਪਿਛਲੇ ਹਫ਼ਤੇ ਹੀ ਕੁਆਡ ਸੰਮੇਲਨ ਹੋ ਕੇ ਹਟਿਆ। ਬਹੁਤ ਮਹੱਤਵਪੂਰਨ ਇੱਕ ਸੰਸਥਾ ਬਣੀ ਹੋਈ ਆ ਭਾਰਤ, ਆਸਟ੍ਰੇਲੀਆ, ਜਾਪਾਨ ਤੇ ਅਮਰੀਕਾ ਦੀ।
ਉਹਨੂੰ ਏਸ਼ੀਆ ਦੇ ਵਿੱਚ ਭਾਰਤ ਤੇ ਜਾਪਾਨ ਦੀ ਸਾਂਝੀਵਾਲਤਾ ਕਰਕੇ ਬਹੁਤ ਮਹੱਤਵਪੂਰਨ ਤਰੀਕੇ ਨਾਲ ਦੇਖਿਆ ਜਾਂਦਾ। ਉਹ ਇੰਟਰਨੈਸ਼ਨਲ ਪਹਿਲਾ ਸਮਿਟ ਸੀ ਜਿਹੜਾ ਜੋ ਬਾਈਡਨ ਨੇ ਅਟੈਂਡ ਕੀਤਾ ਸੀ ਤੇ ਉਹਦੇ ਦੌਰਾਨ ਵੀ ਇਸੇ ਗੱਲ ਨੂੰ ਦੇਖਿਆ ਜਾਂਦਾ ਸੀਗਾ ਕਿ ਭਾਰਤ ਦੀ ਅਮਰੀਕਾ ਨਾਲ ਜਿਹੜੀ ਸਾਂਝ ਆ, ਆਸਟ੍ਰੇਲੀਆ ਤੇ ਜਾਪਾਨ ਵੀ ਉਹਦੇ 'ਚ ਸ਼ਾਮਲ ਆ ਤੇ ਚੀਨ ਨੇ ਉਹਦੇ ਤੇ ਬੜਾ ਤਿੱਖਾ ਰੁਖ ਅਪਣਾਇਆ ਸੀ। ਇਸੇ ਤਰ੍ਹਾਂ ਲੋਇਡ ਆਸਟਨ ਦੇ ਜਿਹੜੇ ਦੌਰਾ ਆ ਉਹਨੂੰ ਵੀ ਏਸ਼ੀਆ ਪੈਸੀਫਿਕ ਦੇ ਵਿੱਚ ਮਤਲਬ ਜਿਹੜਾ ਦੱਖਣੀ ਏਸ਼ੀਆ ਦਾ ਇਲਾਕਾ ਆ ਉਹਦੇ ਵਿੱਚ ਇਸ ਚੀਜ਼ ਨਾਲ ਦੇਖਿਆ ਜਾਵੇਗਾ ਕਿ ਜਾਪਾਨ ਤੋਂ ਹੋ ਕੇ ਉਹ ਭਾਰਤ ਆਏ ਨੇ ਤੇ ਫਿਰ ਉਹ ਇੱਥੋਂ ਜਿਹਾ ਕਿਹੋ ਜਿਹਾ ਜਿਹੜਾ ਉਹਨਾਂ ਦੇ ਹਾਲਾਤ ਨੇ ਇਸ ਖਿੱਤੇ ਦੇ। ਚੀਨ ਦੀ ਵੱਧਦੀ ਹੋਈ ਜਿਹੜੀ ਪ੍ਰਭੂਸੱਤਾ ਆ ਉਹਦੇ ਨਾਲ ਟਰੰਪ ਪ੍ਰਸ਼ਾਸਨ ਵੀ ਬਹੁਤ ਔਖਾ ਸੀ, ਹਾਲਾਂਕਿ ਜੋ ਬਾਈਡਨ ਨੇ ਇਹੋ ਜਿਹਾ ਕੋਈ ਸੰਕੇਤ ਨਹੀਂ ਦਿੱਤੇ ਤੇ ਪਰ ਇਸ ਜਿਹੜੇ ਸਾਰੇ ਨਜ਼ਰੀਏ ਤੋਂ ਜਿਹੜਾ ਰੱਖਿਆ ਮੰਤਰੀ ਜਿਹੜੇ ਅਮਰੀਕਾ ਦੇ ਨੇ ਉਹਨਾਂ ਦੇ ਦੌਰੇ ਨੂੰ ਮਹੱਤਵਪੂਰਨ ਤਰੀਕੇ ਨਾਲ ਦੇਖਿਆ ਜਾ ਰਿਹਾ। ਇਹਦਾ ਹੋਵੇਗਾ ਕਿ ਇਹਦੇ ਨਾਲ ਕੋਈ ਹਾਲੇ ਤੱਕ ਕੋਈ ਵੱਡਾ ਸਮਝੌਤਾ ਹੋਣ ਦੀ ਤੇ ਕੋਈ ਗੱਲਬਾਤ ਨਹੀਂ ਹੈ, ਇੱਕ ਜਨਰਲ ਦੌਰਾ ਆ, ਪਰ ਕਾਫੀ ਦੇਰ ਤੋਂ ਭਾਰਤ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਇਤਰਾਰ ਆ, ਇਸ ਗੱਲ ਦੇ ਉੱਤੇ ਬੜੇ ਖੁਸ਼ ਪੇਸ਼ ਹੁੰਦੇ ਨੇ ਕਿ ਅਸੀਂ ਅਮਰੀਕਾ ਨਾਲ ਜਿਹੜੀ ਸਾਡੀ ਸਾਂਝ ਆ ਉਹ ਵਧੀ ਆ। ਜੇ ਅਸੀਂ ਪਿਛਲੇ ਸਮੇਂ ਨੂੰ ਦੇਖੀਏ ਤੇ ਭਾਰਤ ਕਿਸੇ ਟਾਈਮ ਤੇ ਸਾਰੇ ਦੁਨੀਆ 'ਚ ਨਿਰਪੱਖ ਦੱਸਦਾ ਸੀ ਆਪਣੇ ਆਪ ਨੂੰ, ਪਰ ਰੂਸ ਨਾਲ ਉਹਦੀ ਜਿਹੜੀ ਸਾਂਝ ਸੀ ਉਹ ਨੇੜੇ ਸੀ। ਪਰ ਹੁਣ ਬੀਤੇ ਦਮੇ ਤੋਂ ਜਿਹੜੀ ਇਹ ਧੁਰੀ ਆ ਉਹਦਾ ਥੋੜਾ ਜਿਹਾ ਬਦਲਾਵ ਹੋਇਆ। ਉਹਦਾ ਤਾਂ ਕਾਰਨ ਕਿਤੇ ਨਾ ਕਿਤੇ ਰੂਸ ਦਾ ਕਮਜ਼ੋਰ ਹੋਣਾ ਵੀ ਆ, ਪਰ ਇਹ ਹੁਣ ਨਵੇਂ ਸਮੀਕਰਨ ਆ ਤੇ ਆਉਣ ਵਾਲੇ ਸਮਾਂ ਹੀ ਦੱਸੂਗਾ ਕਿ ਇਹਦੇ 'ਚ ਕੀ ਨਿਕਲਦਾ ਤੇ ਕੀ ਨਹੀਂ। ਤੇ ਅਮਰਿਤ ਜੀ, ਕਮਲਪ੍ਰੀਤ ਦਾ ਨਾਂ ਇਸ ਵੇਲੇ ਚਰਚਾ ਦੇ ਵਿੱਚ ਹੈ, ਉਹ ਭਲਾ ਕਿਉਂ? ਪੰਜਾਬ ਦੀ ਇੱਕ ਹੋਣਹਾਰ ਡਿਸਕਸ ਥਰੋਵਰ ਜਿਹਨੇ ਪਿਛਲੇ ਦਿਨੀ ਆਪਣਾ ਹੀ ਰਿਕਾਰਡ ਤੋੜ ਕੇ ਨੈਸ਼ਨਲ ਰਿਕਾਰਡ ਜਿਹੜਾ ਆ ਉਹਨੂੰ ਬੀਟ ਕੀਤਾ ਹੈ। 65 ਮੀਟਰ ਤੱਕ ਉਹਨੇ ਡਿਸਕਸ ਜਿਹੜੀ ਸੁੱਟੀ ਆ, ਉਸ ਤੋਂ ਬਾਅਦ ਉਹਨੇ ਕੁਆਲੀਫਾਈ ਕੀਤਾ ਹੈ ਟੋਕੀਓ ਓਲੰਪਿਕ ਲਈ ਤੇ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਉਹ ਭਾਰਤ ਲਈ ਜਾਂ ਪੰਜਾਬ ਲਈ ਨਾਮ ਆਪਣਾ ਖੱਟਦੀ ਆ, ਓਲੰਪਿਕ ਜਿੱਤਦੀ ਆ ਕਿ ਨਹੀਂ ਜਿੱਤਦੀ। ਕੋਵਿਡ ਦੇ ਦੌਰਾਨ ਟੋਕੀਓ ਓਲੰਪਿਕਸ ਦੇ ਉੱਤੇ ਵੀ ਖਤਰਾ ਮੰਡਰਾ ਰਿਹਾ ਸੀਗਾ। ਪਰਮਿੰਦਰ ਜੀ, ਇਸ ਕੁੜੀ ਦਾ ਓਲੰਪਿਕ 'ਚ ਜਾਣਾ ਤੈਅ ਆ ਤੇ ਇਹਦੇ ਨਾਲ ਇੱਕ ਖਬਰ ਹੋਰ ਵੀ ਆ ਕਿ ਪੰਜਾਬ ਸਰਕਾਰ ਨੇ ਬੀਤੇ ਦਿਨੀ 26 ਆਪਣੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਅਸੀਂ ਦੇਖਦੇ ਹਾਂ ਕਿ ਜਦੋਂ ਇੱਕ ਖਿਡਾਰੀ ਮਿਹਨਤ ਕਰਦਾ ਆ ਜਵਾਨੀ ਦੇ ਦਿਨਾਂ ਦੇ ਵਿੱਚ, ਉਹ ਕੁਛ ਕਿਸੇ ਹੱਦ ਤੱਕ ਪਹੁੰਚ ਜਾਂਦਾ, ਚਾਹੇ ਉਹ ਨੈਸ਼ਨਲ ਜਿੱਤਦਾ ਚਾਹੇ ਉਹ ਇੰਟਰਨੈਸ਼ਨਲ ਜਿੱਤਦਾ, ਉਸ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਵਿੱਚ ਵੱਡੀ ਸਮੱਸਿਆ ਕਿਤੇ ਨਾ ਕਿਤੇ ਰਹਿ ਜਾਂਦੀ ਆ ਕਿ ਉਹ ਹੁਣ ਕਰੇ ਕੀ। ਉਹਦੇ ਲਈ ਇੱਕ ਨੌਕਰੀ, ਇੱਕ ਬਿਜ਼ਨਸ ਜਾਂ ਕੁਝ ਨਾ ਕੁਝ ਜਿਹੜਾ ਹੈ ਉਹਨੂੰ ਦਰਕਾਰ ਰਹਿੰਦੀ ਆ। ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਨੇ ਇਹਨਾਂ ਖਿਡਾਰੀਆਂ ਨੂੰ ਲਾਰਾ ਲਾਇਆ ਹੋਇਆ ਸੀ ਤੁਹਾਨੂੰ ਨੌਕਰੀ ਦੇਵਾਂਗੇ, ਤੇ ਉਹ ਘੁੰਮਦੇ ਰਹੇ ਹੋਣੇ ਆ ਆਪਣੀਆਂ ਨੌਕਰੀਆਂ ਦੀ ਮੰਗ ਨੂੰ ਲੈ ਕੇ, ਤੇ ਇਸ ਸਮੇਂ ਉਹਨਾਂ ਦੀ ਜਿਹੜੀ ਮੰਗ ਉਹ ਪੂਰੀ ਹੋਈ ਆ। ਇਸ ਸਰਕਾਰ ਨੇ ਵੀ 4 ਸਾਲ ਲਟਕਾ ਦਿੱਤੇ ਨੇ। ਇਹਨੂੰ ਅਸੀਂ ਚੰਗੀ ਗੱਲ ਕਵਾਂਗੇ ਕਿ ਉਹਨਾਂ ਨੂੰ ਨੌਕਰੀ ਮਿਲ ਗਈ ਆ, ਪਰ 1-2 ਸਾਲ ਸ਼੍ਰੋਮਣੀ ਅਕਾਲੀ ਦਲ ਵਾਲੀ ਸਰਕਾਰ ਤੇ ਬੀਜੇਪੀ ਨੇ ਲਟਕਾਇਆ ਤੇ 4 ਸਾਲ ਹੁਣ ਇਹਨਾਂ ਨੇ ਲਟਕਾਇਆ। 6-7 ਸਾਲ ਉਹਨਾਂ ਨਿਆਣਿਆਂ ਦੇ, ਉਹਨਾਂ ਖਿਡਾਰੀਆਂ ਦੇ ਖਰਾਬ ਹੋਣ ਤੋਂ ਬਾਅਦ ਉਹਨਾਂ ਨੂੰ ਨੌਕਰੀ ਮਿਲੀ ਆ। ਮਿਲ ਗਈ ਆ, ਚੰਗਾ ਆ, ਕਿਉਂਕਿ ਅਸੀਂ ਅਕਸਰ ਕਹਿੰਦੇ ਆ ਕਿ ਅੰਤ ਭੱਲੇ ਤੇ ਸਭ ਭਲਾ, ਪਰ ਇਹ ਜਿਹੜੀ ਉਹਨਾਂ ਦੀ ਬਣਦੀ ਹੱਕ ਅਦਾਇਗੀ ਆ, ਜਿਹੜੀ ਉਹਨਾਂ ਨੂੰ ਚਾਹੇ ਉਹਨਾਂ ਨੂੰ ਨੌਕਰੀ ਦੇਣੀ ਆ, ਚਾਹੇ ਉਹਨਾਂ ਨੂੰ ਕੋਈ ਬਿਜ਼ਨਸ ਸੈਟਅਪ ਦੇਣਾ ਜਾਂ ਜੋ ਉਹਨਾਂ ਨੂੰ ਕੋਈ ਹੋਰ ਇਨਸੈਂਟਿਵ ਦੇਣੇ ਆ, ਉਹ ਉਹਨਾਂ ਨੂੰ ਸਮੇਂ ਸਿਰ ਤਾਂ ਮੌਕੇ ਮਿਲਣ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰ ਸਕਣ ਤੇ ਉਹਨਾਂ ਨੂੰ ਦੇਖ ਕੇ ਹੋਰ ਖਿਡਾਰੀ ਵੀ ਉਤਸ਼ਾਹਿਤ ਹੋਣ। ਜੀ, ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਵਿਸਥਾਰ ਨਾਲ ਹਰ ਮੁੱਦੇ ਤੇ ਆਪਣੇ ਵਿਚਾਰ ਦੱਸੇ। ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਸਿਲਸਿਲੇ ਨਾਲ ਜੁੜਨ ਲਈ।